ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਤਸਵੀਰਾਂ ਲੁਧਿਆਣਾ ਦੇ ਮਲਹਾਰ ਰੋਡ ਦੀਆਂ ਹਨ, ਜਿੱਥੇ ਸੰਸਥਾ ਦੇ ਵੱਲੋਂ ਨਗਰ ਨਿਗਮ ਦੇ ਖਿਲਾਫ ਰੋਸ ਵਿਅਕਤ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ ਤੇ ਕਿਹਾ ਗਿਆ ਕਿ ਸ਼ਹਿਰ ਵਿੱਚ ਲੱਗੇ ਵੱਡੇ ਦਰੱਖਤਾਂ ਨੂੰ ਉਜਾੜਿਆ ਜਾ ਰਿਹਾ ਹੈ, ਕਿਉਂਕਿ ਜਿੱਥੇ ਵਾਤਾਵਰਣ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਨਗਰ ਨਿਗਮ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਹਨਾਂ ਕਿਹਾ ਕਿ ਇਹਨਾਂ ਪੈੜਾਂ ਨੂੰ ਨਾ ਉਜਾੜਿਆ ਜਾਵੇ ਤਾਂ ਕਿ ਸ਼ਹਿਰ ਦਾ ਮਾਹੌਲ ਸਾਫ਼ ਸੁਥਰਾ ਬਣਾਇਆ ਜਾ ਸਕੇ। ਇਹ ਮੈਂ ਤੁਹਾਨੂੰ ਦੱਸਦਾ, ਆਪਾਂ ਸਰਾਭਾ ਨਗਰ ਦੇ 16A ਪਲਾਟ ਦੇ ਬਾਹਰ ਖੜੇ ਹਾਂ। ਸਰਾਭਾ ਨਗਰ ਦਾ 16A ਪਲਾਟ, ਇਹ ਵੀ ਮਲਹਾਰ ਰੋਡ ਦੇ ਉੱਤੇ। ਇਹ ਪਿੱਛੇ ਤੁਸੀਂ ਇੱਕ ਸ਼ੋਰੂਮ ਦੇਖ ਰਹੇ ਹੋ ਰੇਮੰਡ ਦਾ, ਉਹਨਾਂ ਦੇ ਅੱਗੇ ਗੇਟ ਦੇ ਅੱਗੇ ਦਰਖਤ ਆ ਰਿਹਾ। ਇਹ ਜਨਵਰੀ ਦੇ ਵਿੱਚ ਇਹ ਵੀ ਕਹ ਲਓ ਕੱਟਦਾ ਸੀ ਇਹਨਾਂ ਨੇ, ਔਰ ਸਾਡੇ ਕਪਲ ਅਰੋੜਾ ਜੀ ਨੇ ਇਹ ਵੀ ਕਹ ਲਓ ਇੱਕ ਕੰਪਲੇਂਟ ਫਾਈਲ ਕੀਤੀ ਕਾਰਪੋਰੇਸ਼ਨ ਨੂੰ ਵੀ ਇਹ ਦਰਖਤ ਜਿਹੜਾ ਹੈਗਾ ਇਹ ਵੀ ਕਹ ਲਓ ਇਹਨਾਂ ਨੇ ਕੱਟ ਦਿੱਤਾ। ਉੱਥੇ ਕੋਈ ਕਾਰਵਾਈ ਨਹੀਂ ਹੋਈ। ਇਹ ਇੱਥੋਂ ਲੰਘਦੇ ਨੇ, ਆਪਣੇ ਬੱਚਿਆਂ ਨੂੰ ਲੈਣ ਜਾਂਦੇ ਨੇ, ਇਹ ਵੀ ਕਹਿ ਰੂਟੀਨ ਦੇ ਕੰਮ ਕਰਨ ਲਈ ਲੰਘਦੇ ਨੇ। ਅਕਸਰ ਇਹ ਵੀ ਕਹਿ ਲਾ ਜਿਹੜਾ ਤੁਹਾਨੂੰ ਵਾਤਾਵਰਨ ਵਾਲਾ ਪ੍ਰੇਮ ਕਰਨ ਵਾਲਾ ਹੈਗਾ ਉਹਨੂੰ ਇਹ ਵੀ ਕਹਿ ਲਓ ਕਿਤੇ ਨਾ ਕਿਤੇ ਗੱਲ ਖਟਕਦੀ ਰਹਿੰਦੀ ਹੈ। ਇਹਨਾਂ ਨੇ ਇਹ ਦੇਖਿਆ ਵੀ ਇਹਦੇ ਤੇ ਦੁਬਾਰਾ ਫੇਰ ਇਹ ਵੀ ਕਰੂੰਬਲਾਂ ਜਾਂ ਟਾਹਣੀਆਂ ਇਹ ਵੀ ਕਹਿ ਲਓ ਆ ਗਈਆਂ ਕੁਝ ਦਿਨ ਪਹਿਲਾਂ, ਤੇ ਦੂਸਰੇ ਦਿਨ ਇਹ ਵੀ ਕਹਿ ਲਾ ਬੜੇ ਹੈਰਾਨ ਹੋਏ ਵੀ ਇਹ ਤਾਂ ਇਹ ਵੀ ਉਹ ਜਿਹੜੀਆਂ ਟਾਹਣੀਆਂ ਆਈਆਂ ਸੀ ਉਹ ਕਿੱਧਰ ਗਈਆਂ, ਗਾਇਬ ਹੋ ਗਈਆਂ। ਇਹਨਾਂ ਕੋਲ ਫੋਟੋਆਂ ਹੈਗੀਆਂ ਨੇ। ਅਸੀਂ ਇਸ ਕਰਕੇ ਇਹ ਵੀ ਕਹਿ ਲਓ ਇੱਥੇ ਅੱਜ ਇਹ ਵੀ ਇਕੱਠੇ ਹੋਏ ਹਾਂ ਵੀ ਕਾਰਪੋਰੇਸ਼ਨ ਨੂੰ ਇਹ ਵੀ ਕਹਿ ਲਾ ਅਸੀਂ ਇਹ ਵੀ ਕਹਿ ਲਾ ਇਹ ਆਪਣਾ ਪ੍ਰੋਟੈਸਟ ਇਹ ਵੀ ਕਹਿ ਲਾ ਕਰਨ ਲਈ ਆਏ ਹਾਂ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਬਹੁਤ ਦਰਖਤ ਨੇ ਜਿਹੜੇ ਵੀ ਹਰੇਕ ਦੇ ਸ਼ੋਰੂਮ ਨੇ ਸਾਰੇ ਖਤਮ ਹੋ ਜਾਣਗੇ ਜੀ। ਕਿਹਦੇ ਅੱਗੇ ਪ੍ਰੋਟੈਸਟ ਕਰਾਂਗੇ? ਇਹ ਕੋਈ ਸਾਡਾ 2-4 ਬੰਦਿਆਂ ਨੇ ਪ੍ਰੋਟੈਸਟ ਕਰਨ ਵਾਲੀ ਗੱਲ ਨਹੀਂ। ਤਾਂ ਆਪਾਂ ਨੂੰ ਸਾਰੇ ਇਹ ਵੀ ਕਹਿ ਲਾ ਤਰਨਤਾਰਨ ਦੇ ਪਿੰਡ ਮਰਹਾਣਾ ਦੇ ਨੈਸ਼ਨਲ ਹਾਈਵੇ 54 ਤੇ ਸਥਿਤ ਇੱਕ ਪੈਟਰੋਲ ਪੰਪ ਨੂੰ ਦੇਰ ਰਾਤ ਮੋਟਰਸਾਈਕਲ ਸਵਾਰ 4 ਹਥਿਆਰਬੰਦ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਪੈਟਰੋਲ ਪੰਪ ਤੋਂ 12,000 ਦੀ ਨਕਦੀ ਅਤੇ ਸਿਕਿਉਰਿਟੀ ਗਾਰਡ ਦੀ ਰਾਈਫਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਪੈਟਰੋਲ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਾ ਨਾਮ ਜੀ ਰੋਬਨ ਆ। ਤੇ ਕੀ ਨਾਮ ਆਪਣੇ ਪੰਪ ਦਾ ਤੇ ਕਿਹੜੀ ਜਗ੍ਹਾ ਪੰਪ ਹੈ? ਆਪਣੇ ਪੰਪ ਦਾ ਨਾਮ ਨੈਸ਼ਨਲ ਮਰਾਣਾ NH 54 ਵਾ ਜੀ। ਇਹ ਜੀ ਰਾਤ ਨੂੰ ਕੋਈ 12-5 ਵਜੇ ਦੇ ਕਰੀਬ ਕੋਈ 4-5 ਜਿਹੜੇ ਲੁਟੇਰੇ ਆ ਇਹ ਮਤਲਬ ਲੁੱਟਣ ਦੀ ਨੀਤ ਨਾਲ ਇੱਥੇ ਦਾਖਲ ਹੋਏ ਆ, ਤੇ ਸਾਡੇ ਇੱਥੇ ਗਨਮੈਨ ਜਿਹੜਾ ਮੌਜੂਦ ਸੀ ਉਹਨਾਂ ਦੇ ਨਾਲ ਮਾਰ ਪਿਟਾਈ ਕੀਤੀ ਆ। ਤੇ ਕੋਈ ਸਾਡੇ ਜਿੱਦਾਂ ਜਿਹੜੇ ਬੰਦਿਆਂ ਕੋਲ ਜਿੰਨੇ ਪੈਸੇ ਸੀ ਉਹਨਾਂ ਨੂੰ ਕਿਹਾ ਕਿ ਸਾਨੂੰ ਜਿਹੜੇ ਪੈਸੇ ਹੈਗੇ ਜਿਹੜੇ ਉਹਨਾਂ ਦੀ ਜੇਬ 'ਚ ਪੈਸੇ ਸੀ ਉਹਨਾਂ ਨੇ ਦੇ ਦਿੱਤੇ। ਕਿੰਨੇ ਦੀ ਲੁੱਟ ਹੋਈ? ਲੁੱਟ ਕੋਈ 12,000 ਦੇ ਕਰੀਬ। ਤੇ ਕੋਈ ਹੋਰ ਵੀ ਲੈ ਕੇ ਗਏ ਇੱਥੋਂ ਪੰਪ ਤੋਂ? ਹਾਂ, ਇੱਕ ਰਾਈਫਲ ਲੈ ਗਏ ਜਿਹੜੀ ਗਨਮੈਨ ਕੋਲ ਰਾਈਫਲ ਸੀ। ਤੇ ਇਹ ਇੱਥੇ ਮਰਾਣਾ ਪਿੰਡ ਥਾਣਾ ਚੋਲਾ ਸਾਹਿਬ 'ਚ ਪੈਂਦਾ ਹੈ। ਇੱਥੇ ਰਾਤ ਅੱਧੀ ਰਾਤ ਦੇ ਕਰੀਬ 2 ਮੋਟਰਸਾਈਕਲਾਂ ਦੇ ਉੱਤੇ ਨੌਜਵਾਨ ਆਏ ਨੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ। ਉਹਨਾਂ ਨੇ ਇੱਥੇ ਕਰੀਬ ਕੁਛ 12,000 ਦੇ ਕਰੀਬ ਦੀ ਨਕਦੀ ਜਿਹੜੀ ਇਹਨਾਂ ਦੀ ਰਾਤ ਦੀ ਵੜਕ ਸੀ, ਤੇ ਇੱਕ ਜਿਹੜਾ ਇੱਥੇ ਦਾ ਗਾਰਡ ਸੀਗਾ ਉਹਦਾ ਵੈਪਨ ਜਿਹੜਾ ਵਾ ਉਹ ਲੈ ਗਏ ਨੇ। ਜਿਹੜੀ ਮੌਕੇ 'ਤੇ ਪਹੁੰਚ ਕੇ ਸਾਡੀਆਂ ਟੀਮਾਂ ਮੌਕੇ 'ਤੇ ਪਹੁੰਚ ਕੇ ਅਸੀਂ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ। ਜਿਹੜਾ ਸਿਕਿਉਰਿਟੀ ਗਾਰਡ ਆ ਉਹਦੇ ਬਿਆਨ ਦੇ ਉੱਤੇ ਜਿਹੜੀ ਲਿਖ ਕੇ ਉਹਦਾ ਬਿਆਨ ਲਿਖ ਕੇ ਜਿਹੜੀ ਆ ਮੁਕੱਦਮਾ ਦਰਜ ਕਰ ਦਿੱਤਾ ਗਿਆ। ਟੀਮਾਂ ਬਣਾ ਕੇ ਵੱਖ-ਵੱਖ ਏਰੀਆ 'ਚ ਤੋਰ ਦਿੱਤੀਆਂ ਗਈਆਂ ਨੇ ਤੇ ਇਹਨੂੰ ਹੋਪਫੁਲੀ ਅਸੀਂ ਜਲਦੀ ਟਰੇਸ ਕਰ ਲਾਂਗੇ। ਲੋਕਾਂ ਦੀ ਮਿਹਨਤ ਦੀ ਕਮਾਈ ਤੇ ਹੱਥ ਸਾਫ਼ ਕਰਨ ਵਾਲੇ ਚੋਰ ਗਿਰੋਹ ਦੇ ਮੈਂਬਰਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ ਤੇ ਇੱਕ ਐਕਟਿਵਾ ਸਮੇਤ ਕਾਬੂ ਕਰਨ ਵਿੱਚ ਬਟਾਲਾ ਪੁਲਿਸ ਦੇ ਥਾਣਾ ਸਿਟੀ ਦੀ ਟੀਮ ਨੇ ਸਫਲਤਾ ਹਾਸਲ ਕੀਤੀ ਹੈ। ਬਟਾਲਾ ਸਿਟੀ ਥਾਣੇ ਦੇ SHO ਸੁਖਵਿੰਦਰ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਹੈ ਕਿ SSP ਬਟਾਲਾ ਦੇ ਇੱਕ ਮੋਟਰਸਾਈਕਲ ਤੇ ਸਵਾਰ ਦੇ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹ ਮੋਟਰਸਾਈਕਲ ਦਾ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਪਾਏ। ਉਹਨਾਂ ਕੋਲੋਂ ਚੋਰੀ ਕੀਤੇ 7 ਮੋਟਰਸਾਈਕਲ ਅਤੇ ਇੱਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਇਹ ਜੀ ਮਾਨਯੋਗ SSP ਸਾਹਿਬ ਸਰਦਾਰ ਸਤਿੰਦਰ ਸਿੰਘ ਜੀ IPS SSP ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਆ ਵੱਖ-ਵੱਖ ਥਾਵਾਂ ਤੇ ਜਿਹੜੀ ਆ ਨਾਕਾਬੰਦੀ ਕਰਵਾਈ ਗਈ ਸੀ, ਜਿਹਦੇ ਸੁਪਰਵਿਜ਼ਨ DSP ਸ਼੍ਰੀ ਲਲਿਤ ਕੁਮਾਰ ਜੀ ਤੇ ਸਾਰੇ ਥਾਵਾਂ ਦੇ ਵੱਖ-ਵੱਖ ਸ਼ਹਿਰਾਂ ਦੇ ਜਿਹੜੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਗਈ ਸੀ। ਦੌਰਾਨੇ ਚੈਕਿੰਗ ਚੌਂਕੀ ਇੰਚਾਰਜ SI ਬਲਦੇਵ ਸਿੰਘ ਨੂੰ ਉਸ ਵੇਲੇ ਸਫਲਤਾ ਮਿਲੀ ਕਿ ਜਦੋਂ ਇਹ ਚੈਕਿੰਗ ਦੇ ਦੌਰਾਨ ਇੱਕ ਦੋਸ਼ੀ ਗੁਰਜੰਟ ਸਿੰਘ ਸਾਨੂੰ ਸ਼ਮਸ਼ੇਰ ਸਿੰਘ, ਉਸ ਦੇ ਨਾਲ ਸੁਖਜਿੰਦਰ ਸਿੰਘ ਸਾਨੂੰ ਬਲਦੇਵ ਸਿੰਘ, ਇਹ ਦੋਨੋਂ ਦੋਸ਼ੀ ਜਿਹੜੇ ਨੇ ਇਹ ਉਦੋਗਾਂ ਦੇ ਰਹਿਣ ਵਾਲੇ ਨੇ। ਕਲੇਰਵਾਲਾ ਪਿੰਡ ਦੇ ਮੱਤੇਵਾਲ ਥਾਣੇ 'ਚ ਪੈਂਦਾ, ਉੱਥੋਂ ਦੇ ਰਹਿਣ ਵਾਲੇ ਆ। ਇਹ ਮੋਟਰਸਾਈਕਲ ਨੂੰ ਵੇਚਣੇ ਤਾਂ ਚਾਹੇ, ਜਿਨ੍ਹਾਂ ਨੂੰ ਪੁੱਛਿਆ ਉਹਨਾਂ ਨੂੰ ਕੋਈ ਕਾਗਜ਼ ਨਹੀਂ ਦਿਖਾਇਆ, ਜਿਸ ਤੇ ਅਸੀਂ ਬਲਦੇਵ ਸਿੰਘ ਨੇ ਮੌਕੇ 'ਤੇ ਪੁੱਛਗਿੱਛ ਦੌਰਾਨ ਕੀਤਾ ਤੇ ਇੱਕ ਮੋਟਰਸਾਈਕਲ ਇਹਨਾਂ ਪਾਸੋਂ ਹੋਰ ਮਿਲਿਆ, ਜਿਸ 'ਤੇ ਮੁਕੱਦਮਾ ਨੰਬਰ 120 379 411 ਤਹਿਤ ਦਰਜ ਕੀਤਾ ਗਿਆ। ਦੌਰਾਨੇ ਪੁੱਛਗਿੱਛ ਇਹਨਾਂ ਪਾਸੋਂ ਹੁਣ ਤੱਕ ਜਿਹੜੇ ਆ 7 ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਆ ਬਰਾਮਦ ਕੀਤੀ ਜਾ ਚੁੱਕੀ ਆ, ਜਿਨ੍ਹਾਂ ਨੂੰ ਜਿਹੜਾ ਅਦਾਲਤ 'ਚ ਪੇਸ਼ ਕਰਕੇ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਜਿਹੜੇ ਆ ਚੋਰੀ ਦੇ ਬਰਾਮਦ ਹੋਣ ਦੀ ਉਮੀਦ ਹੈ।
ਇਰਾਦਾ ਮਜ਼ਬੂਤ ਅਤੇ ਮਿਹਨਤਕਸ਼ ਇਨਸਾਨ ਆਪਣੀ ਮੰਜ਼ਿਲ ਜ਼ਰੂਰ ਪਾਉਂਦਾ ਹੈ ਤੇ ਪਰਮਾਤਮਾ ਵੀ ਸਾਥ ਜ਼ਰੂਰ ਦਿੰਦਾ ਹੈ। ਇਸੇ ਤਰ੍ਹਾਂ ਦਾ 16 ਸਾਲਾ ਨੌਜਵਾਨ ਜਿਸ ਦੇ ਦਾਦੇ ਦੇ ਬਿਮਾਰ ਹੋਣ ਤੇ ਉਸ ਦਾ ਬਾਪ ਸਭ ਕੁਝ ਵੇਚ ਦਿੰਦਾ ਹੈ ਤਾਂ ਜੋ ਉਸ ਦਾ ਬਾਪ ਠੀਕ ਹੋ ਸਕੇ ਅਤੇ ਬਾਪ ਦੀ ਬਿਮਾਰੀ ਦੇ ਇਲਾਜ ਕਰਕੇ ਇਹ ਪਰਿਵਾਰ ਅਰਸ਼ ਤੋਂ ਫਰਸ਼ ਤੇ ਆ ਗਿਆ ਤੇ ਹੁਣ ਘਰ ਦਾ ਮੁਖੀ ਜਿਸ ਨੂੰ ਗਾਇਕੀ ਦਾ ਸ਼ੌਂਕ ਸੀ ਪਰ ਹਾਲਾਤਾਂ ਨੇ ਉਸ ਦਾ ਸ਼ੌਂਕ ਪੂਰਾ ਨਹੀਂ ਹੋਣ ਦਿੱਤਾ ਤੇ ਸਿਰਫ ਦਿਹਾੜੀ ਲਗਾਉਣ ਤੇ ਮਜਬੂਰ ਹੋ ਗਿਆ। ਪਰ ਹੁਣ ਪੋਤੇ ਨੂੰ ਉਹ ਸ਼ੌਂਕ ਦੇਖਿਆ ਤੇ ਕੜੀ ਮਿਹਨਤ ਨਾਲ ਅੱਗੇ ਵਧ ਰਿਹਾ ਹੈ ਤਾਂ ਜੋ ਕੁਝ ਬਾਪ ਨੇ ਵੇਚਿਆ ਸੀ ਉਸ ਤੋਂ ਵੱਧ ਉਸ ਦੀ ਝੋਲੀ ਵਿੱਚ ਪਾਵੇ। ਪੂਰੇ ਇਲਾਕੇ ਵਿੱਚ ਇਸ 16 ਸਾਲਾ ਨੌਜਵਾਨ ਸਾਹਿਲਪ੍ਰੀਤ ਸਿੰਘ ਨੂੰ ਜਾਦੂਗਰ ਦੇ ਨਾਮ ਤੇ ਜਾਣਿਆ ਜਾਂਦਾ ਹੈ ਤੇ ਇਸ ਬੱਚੇ ਵਿੱਚ ਹੁਨਰ ਵੀ ਬਹੁਤ ਹੈ। ਸਵੇਰੇ ਸਕੂਲ ਜਾਂਦਾ ਹੈ ਤੇ ਰਾਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ ਤਾਂ ਜੋ ਘਰ ਨੂੰ ਚਲਾ ਸਕੇ। ਗਾਇਕੀ ਦੇ ਨਾਲ-ਨਾਲ ਕਈ ਦਸਤਾਰ ਮੁਕਾਬਲਿਆਂ ਵਿੱਚ ਵੀ ਇਸ ਨੌਜਵਾਨ ਨੇ ਕਈ ਮੱਲਾਂ ਮਾਰੀਆਂ ਹਨ। ਬੱਚੇ ਨੂੰ ਛੋਟੇ ਹੁੰਦੇ ਮੈਂ ਰਾਮਲੀਲਾ ਦੇ ਵਿੱਚ ਭਜਨ ਬੋਲਦਾ ਸੀ, ਰਾਮ ਦਾ ਰੋਲ ਕਰਦਾ ਸੀ ਤੇ ਬੱਚਾ ਮੇਰੇ ਨਾਲ ਜਾਂਦਾ ਰਿਹਾ ਹੈਗਾ ਤੇ ਇਹਨੂੰ ਤਾਂ ਦੇਖ ਕੇ ਸ਼ੌਂਕ ਇੰਨਾ ਜਾਗ ਗਿਆ ਕਿ ਮੇਰੇ ਬੱਚਾ ਛੋਟੇ ਹੁੰਦਾ ਸੀ ਕਿ ਗਾਣ ਡੈ ਪਿਆ। ਫਿਰ ਗਾਉਂਦਿਆਂ ਮਾਲੀ ਕਿਰਪਾ ਇਹਨਾਂ ਜਗਰਾਤੇ ਵੀ ਲੈ ਕੇ ਜਾਂਦਾ, ਜਗਰਾਤੇ ਜਾਂਦਾ ਰਿਹਾ ਮੈਂ ਗਾਣ ਵਾਸਤੇ ਤੇ ਬੜੀ ਮਾਲੀ ਕਿਰਪਾ ਸੀ। ਤੇ ਹੁਣ ਇਹ ਕਿ ਬੱਚਾ ਸਕੂਲੇ ਜਾਂਦਾ ਵਾ ਤੇ ਉੱਥੋਂ ਵੀ ਇਨਾਮ ਕਾਫੀ ਜਿੱਤੇ ਇਹਨੇ ਕਿ ਆਪਣੀ ਸਿਹਤ 'ਤੇ ਆ ਸਭ ਕੁਝ ਆਪਣੀ ਸਿਹਤ 'ਤੇ ਕਰਨ ਡਿਆ। ਫਿਰ ਆਪਣਾ ਸ਼ੇਖ ਕੁਮਾਰ ਸਟੇਡੀਅਮ 'ਤੇ ਵੀ ਉੱਥੇ ਵੀ ਗਿਆ, ਉੱਥੇ ਵੀ ਗਾ ਕੇ ਆਇਆ ਬੱਚਾ, ਬੜੀ ਮਿਹਨਤ ਕਰਨ ਡਿਆ। ਬਾਕੀ ਕਿ ਸਾਡੀ ਸਪੋਰਟ ਹੈਗੀ ਆ, ਬਾਕੀ ਸਾਡੇ ਕੋਲ ਸਿਰਫ ਵੀ ਪੈਸਾ ਨਹੀਂ ਹੈਗਾ ਜਿਹੜਾ ਕਿ ਇਹਦੇ। ਮੈਂ 4 ਸਾਲ ਦਾ ਸੀ ਜਦੋਂ ਦਾ ਗਾਣ ਡਿਆ ਪਿਆ। ਪਾਪਾ ਨੇ ਗਾਉਂਦੇ ਸੀ ਉਹਦੇ ਕਰਕੇ ਫਿਰ ਦੇਖਦਾ ਉਹਨਾਂ ਨੂੰ ਗਾਣ ਡਿਆ ਪਿਆ ਤੇ ਸ਼ਿਵ ਬਟਾਲਵੀ ਆਡੀਟੋਰੀਅਮ ਵਿੱਚ ਵੀ ਗਾਇਆ ਮੈਂ, ਕਿਸਮੇ ਕੀ ਤਰ੍ਹਾਂ ਦਾ ਮੁੱਦ ਵਿੱਚ ਵੀ ਗਾਇਆ ਜੀ ਤੇ ਵੌਇਸ ਆਫ ਪੰਜਾਬ ਵਿੱਚ ਵੀ ਗਾਇਆ ਜੀ ਤੇ ਟਰਬਨ ਦਾ ਵੀ ਮੈਂ ਕੰਪੀਟੀਸ਼ਨ ਜਿੱਤਿਆ ਜੇ। ਬੰਨਣ ਵੀ ਜਾਂਦਾ ਟਰਬਨ, ਬਣਾਉਣ ਵੀ ਆਉਂਦੇ ਇੱਥੇ ਸਾਰੇ ਜਣੇ। ਇੰਜ ਪੇ ਸਟਰਗਲ ਕਰਦਾ ਪਿਆ ਵਾ, ਸਾਰੇ ਜਣੇ ਸਪੋਰਟ ਕਰਦੇ ਆ, ਮੰਮੀ ਪਾਪਾ ਨੇ, ਸਟੂਡੀਓ ਵਾਲੇ ਭਾਈ ਸਾਰੇ ਸਪੋਰਟ ਕਰਦੇ ਆ। ਉਹਦੇ ਕਰਕੇ ਸਟਰਗਲ ਕਰ ਰਹੇ ਹਾਂ। ਹੌਸਪੀਟਲ ਵੀ ਜਾਣਾ ਜੇ ਤੇ ਹੌਸਪੀਟਲ ਤੋਂ ਆਣ ਕੇ ਸਟੂਡੀਓ ਜਾਣਾ, ਸਕੂਲ ਵੀ ਜਾਣਾ ਜੀ। 7000 ਰੁਪਏ ਮਿਲ ਜਾਂਦਾ, ਸਾਰੇ ਚਾਅ ਮਾਰ ਕੇ ਫੇਰ ਕਰਨਾ ਪੈਂਦਾ, ਗੁਜ਼ਾਰਾ ਉੱਦਾਂ ਨਹੀਂ ਹੁੰਦਾ ਜੀ। ਤਰਨਤਾਰਨ ਦੇ ਨੂਰ ਦੀ ਅੱਡਾ ਵਿਖੇ ਪੈਂਦੀ ਗਲੀ ਵਧਾਵਾ ਸਿੰਘ ਵਾਲੀ ਦੇ ਵਸਨੀਕਾਂ ਵੱਲੋਂ ਅੱਜ ਗਲੀ ਦਾ ਸੀਵਰੇਜ ਪਿਛਲੇ ਕਾਫੀ ਦਿਨਾਂ ਤੋਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਮੁਲਾਜ਼ਮਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੁਹੱਲਾ ਵਾਸੀਆਂ ਅਨੁਸਾਰ ਪਿਛਲੇ 30 ਦਿਨਾਂ ਤੋਂ ਬੰਦ ਪਏ ਗਲੀ ਦੇ ਸੀਵਰੇਜ ਦੀ ਗੰਦਗੀ ਕਾਰਨ ਜਿੱਥੇ ਉਹਨਾਂ ਦਾ ਬੈਠਣਾ ਮੁਸ਼ਕਿਲ ਹੋ ਗਿਆ, ਉੱਥੇ ਗੰਦੇ ਪਾਣੀ ਕਾਰਨ ਗਲੀ ਵਿੱਚ ਮੱਛਰ ਪੈਦਾ ਕਾਰਨ ਗਲੀ ਦੇ ਹਰ ਘਰ ਵਿੱਚ ਕੋਈ ਨਾ ਕੋਈ ਬਿਮਾਰ ਹੋ ਰਿਹਾ ਹੈ। ਮੇਰਾ ਨਾਮ ਨਰਿੰਦਰ ਕੌਰ। ਹਾਂਜੀ, ਕਿਹੜੀ ਗਲੀ ਹੈ ਜੀ? ਵਧਾਵਾ ਸਿੰਘ ਵਾਲੀ। ਕੀ ਗੱਲ ਕੀ ਹੋਈ? ਇਹ 1.5 ਮਹੀਨਾ ਹੋ ਗਿਆ ਸੀਵਰ ਬੰਦ ਹੋਇਆ ਨੂੰ। ਹਾਂਜੀ, ਕੋਈ ਸੁਣਵਾਈ ਨਹੀਂ ਹੁੰਦੀ। ਕੀ ਮੰਗ ਕਰਦੇ? ਕਿੰਨੀਆਂ ਅਸੀਂ ਦਰਖਾਸਤਾਂ ਦੇ ਚੁੱਕੇ ਆ ਪਰ ਕੋਈ ਨਹੀਂ ਸੁਣਦਾ। ਕੀ ਮੰਗ ਕਰਦੇ? ਮੰਗ ਇਹ ਕਿ ਸਾਡੇ ਇਹ ਜਿਹੜੇ ਆ ਸੀਵਰ ਜਿਹੜੇ ਸਾਫ਼ ਹੋਣ, ਸਾਡੇ ਬੂਹੇ ਅੱਗੇ ਗੰਦ ਗੁੱਡੇ ਪਿਆ ਜੀ। ਤੇ ਕੋਈ ਸੀਵਰ ਅਧਿਕਾਰੀ ਕੋਈ ਤੁਹਾਡੀ ਕੋਈ ਸਾਰ ਲੈਣ ਵਾਸਤੇ ਕੋਈ ਆਇਆ ਇੱਥੇ? ਉਹ ਆਉਂਦਾ ਵੀ ਆ ਤੇ ਵੇਖ ਕੇ ਚੱਲ ਜਾਂਦਾ। ਕੀ ਆਂਦੇ? ਉਹ ਕਹਿੰਦੇ ਆਵਾਂਗੇ, ਮੁੜ ਕੇ ਆਉਂਦਾ ਨਹੀਂ ਵਾਪਸ। ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ? ਸਰਕਾਰ ਨੂੰ ਇਹ ਮੰਗ ਸਾਡੀ ਕਿ ਸਾਡੇ ਪਾਣੀ ਬੂਹੇ ਕੋਲ ਖਲੋਤਾ ਵਾ, ਡੇਂਗੂ ਫੈਲਾਉਂਦਾ, ਡੇਂਗੂ ਫੈਲ ਸਕਦਾ। ਛੋਟੇ ਛੋਟੇ ਬੱਚੇ ਗਲੀਆਂ ਵਿੱਚ ਖੇਡਦੇ ਆ। ਤੇ ਕੀ ਹੋਣਾ ਚਾਹੀਦਾ ਇੱਥੇ? ਸਾਫ਼ ਹੋਣਾ ਚਾਹੀਦਾ, ਹੋਰ ਕੀ ਕਰਨਾ ਚਾਹੀਦਾ। ਕਿੰਨਾ ਚਿਰ ਹੋ ਗਿਆ ਇਹਨੂੰ? 1.5 ਮਹੀਨਾ ਹੋ ਗਿਆ ਜੇ। ਅੱਛਾ, ਫਲੱਛਾਂ ਬੰਦ ਹੋਈਆਂ ਪਈਆਂ, ਜਾਣਾ ਔਖਾ ਹੈ। ਜ਼ਿਲ੍ਹੇ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਮੁਸਲਿਮ ਭਾਈਚਾਰੇ ਦੇ ਕਬਰਸਤਾਨ 'ਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਇੱਕ ਮੁਸਲਿਮ ਵਿਅਕਤੀ ਕਰੀਮ ਬਖਸ਼ ਜਿਸ ਦੀ ਉਮਰ 66 ਸਾਲ ਪਿੰਡ ਦੁਆਬਾ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦੀ ਬਿਮਾਰੀ ਕਾਰਨ ਮੌਤ ਹੋਣ ਤੋਂ ਬਾਅਦ ਕਬਰਿਸਤਾਨ ਵਿੱਚ ਕਬਰ ਵਿੱਚ ਦਫਨਾਉਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ। ਮੁਸਲਿਮ ਭਾਈਚਾਰੇ ਵੱਲੋਂ ਇੱਕ ਮੁਸਲਿਮ ਔਰਤ ਵੱਲੋਂ ਲਾਸ਼ ਨੂੰ ਦਫਨਾਉਣ ਲਈ ਰੋਕ ਦਿੱਤਾ ਗਿਆ। ਇਸ ਵਿਵਾਦ ਤੋਂ ਬਾਅਦ ਆਸ-ਪਾਸ ਦੇ 50 ਪਿੰਡਾਂ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਉਕਤ ਔਰਤ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕੀ ਸਾਰਾ ਚੱਕਰ ਪਿਆ ਤੇ ਕੀ ਮਸਲਾ ਸਾਰਾ ਇੱਥੇ? ਸਰ ਜੀ ਮਸਲਾ ਹੈ ਕਿ ਪਿੰਡ ਪਨਿਆੜ ਬਾਬਾ ਸ਼ਾਹ ਕਰੀਮ ਕਬਰਸਤਾਨ ਹੈ ਸਾਡਾ, ਤਕਰੀਬਨ 200-300 ਸਾਲ ਪੁਰਾਣਾ, ਔਰ ਸਾਡੇ ਪੀੜ੍ਹੀਆਂ ਤੋਂ ਇੱਥੇ ਆਪਣਾ ਮੁਸਲਿਮ ਭਾਈਚਾਰੇ ਦਾ ਦਫਨ ਹੁੰਦਾ ਤੇ ਇਹਦੇ ਵਿੱਚ ਅੱਜ ਵੀ ਅਸੀਂ ਪਿੰਡ ਦੁਆਬੇ ਤੋਂ ਸਾਡਾ ਇੱਕ ਰਿਸ਼ਤੇਦਾਰ, ਉਹਦੀ ਡੈਥ ਹੋ ਗਈ ਸੀ, ਗੁੱਜਰ ਭਾਈਚਾਰੇ ਦਾ ਬਜ਼ੁਰਗ, ਉਹਦਾ ਦਫਨ ਕਰਨ ਲੱਗੇ ਕਬਰ ਕੱਢ ਕੇ ਪੂਰੀ ਤਿਆਰ ਕਰਤੀ। ਇੱਕ ਗੁੱਜਰ ਹੈਗਾ ਜਮਾਲ ਸ਼ਾਹ, ਉਹਦੀ ਘਰ ਦੀ ਲੀਮਾ ਪਤਨੀ ਜਮਾਲ ਸ਼ਾਹ, ਉਹਦੀ ਬੇਟੀ, ਉਹਦਾ ਬੇਟਾ, ਪੂਰਾ ਪਰਿਵਾਰ ਜਿਹਨਾਂ ਨਜਾਇਜ਼ ਕਬਜ਼ਾ ਕਰਕੇ 2 ਨੰਬਰ 'ਚ ਕੋਠੀ ਪਾਈ ਹੋਈ ਹੈ ਔਰ ਸਰਕਾਰ ਨੇ ਸਾਨੂੰ 4 ਦੁਆਰੀ ਕਬਰਸਤਾਨ ਦੀ ਕਰਕੇ ਦਿੱਤੀ ਹੋਈ ਹੈ। ਕੋਰਟ ਨੇ ਸਾਨੂੰ ਸਟੇ ਦਿੱਤਾ ਹੋਇਆ ਕਿ ਤੁਸੀਂ ਜੋ ਕਰ ਰਹੇ ਹੋ ਕਬਰਸਤਾਨ ਉੱਥੇ ਚਾਲੂ ਰੱਖੋ, ਬਲਕਿ ਉੱਥੇ ਕਿਸੇ ਵੀ ਇੱਟ ਨਹੀਂ ਲਾਣੀ ਜਾਂ ਕੋਈ ਘਰ ਮਕਾਨ ਨਹੀਂ ਬਣਾਉਣਾ। ਲੇਕਿਨ ਅਸੀਂ ਕਬਰਸਤਾਨ ਉੱਥੇ ਬਣਾ ਰਹੇ ਹਾਂ ਬਿਲਕੁਲ ਪੁਰਾਣੀਆਂ ਕਬਰਾਂ ਦੇ ਨਾਲ। ਉਹ ਜਨਾਨੀ ਆ ਕੇ ਕਬਰ 'ਚ ਬਹਿ ਗਈ, ਲੋਕਾਂ ਨੂੰ ਮੰਦਾ ਚੰਗਾ ਬੋਲ ਰਹੀ ਹੈ। ਜਿਹੜੇ ਸਾਡੇ ਮੋਹਤਵਰ ਲੋਕੀ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਮੈਂ ਚਿੱਟਾ ਪਵਾ ਦਿਆਂਗੀ, ਮੈਂ ਆਪਣੇ ਨਾਲ ਰੇਪ ਦਾ ਤੁਹਾਡੇ ਤੇ ਪਰਚਾ ਪਵਾ ਦਿਆਂਗੀ, ਮੇਰੇ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਪ੍ਰਸ਼ਾਸਨ ਸਾਡੇ ਕੋਲ ਖੜਾ। ਸ਼ਾਮ 4 ਵਜੇ ਤੇ ਜਿਹੜਾ ਸਾਡੇ ਬੰਦੇ ਦੀ ਡੈਥ ਹੋਈ ਹੈ। ਹੁਣ ਸਵੇਰ ਦੇ ਤਕਰੀਬਨ 10:19 ਹੋ ਗਈ ਹੈ। ਸਾਡੀ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ, ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ, ਵਕਫ ਬੋਰਡ ਦਾ ਜਿਹੜਾ ਸਾਡਾ ਜ਼ਿਲ੍ਹੇ ਦਾ ਅਫਸਰ ਹੈਗਾ ਉਹਦੇ ਨਾਲ ਗੱਲ ਹੋਈ ਹੈ। 20 ਕਨਾਲਾ ਸਾਡਾ ਕਬਰਿਸਤਾਨ ਰਿਜ਼ਰਵ ਸਰਕਾਰ ਨੇ ਦਿੱਤਾ ਹੋਇਆ, ਬਾਉਂਡਰੀ ਲਾਈਨ ਹੋਈ ਹੈ। ਆ ਤੁਹਾਡੇ ਸਾਹਮਣੇ ਮੈਂ 700-800 ਬੰਦਾ ਖੜਾ ਇੱਥੇ ਜਲੀਲ ਕਰਕੇ ਖੜਾ ਕੀਤਾ ਹੋਇਆ। ਨਹੀਂ ਹੁਣ ਨਹੀਂ ਦਫਨਾਉਣ ਸਾਨੂੰ ਬਿਲਕੁਲ ਨਹੀਂ ਦਫਨਾ ਦਿੱਤਾ ਜਾ ਰਿਹਾ ਯਾਰ। ਸਾਡੇ ਕਬਰਸਤਾਨਾਂ ਦੇ ਵਿੱਚ ਥਾਂ ਦਾ ਇਹੋ ਹੀ ਚੱਕਰ, ਸਾਡੇ ਨਾਲ ਧੱਕਾ ਘੱਟ ਗਿਣਤੀਆਂ ਨਾਲ। ਤੁਹਾਡੇ ਹੀ ਬਰਾਦਰੀ ਦਾ ਬੰਦਾ ਆ, ਲੇਕਿਨ ਪ੍ਰਸ਼ਾਸਨ ਕੀ ਕਹਿ ਰਿਹਾ ਇਹਦੇ ਬਾਰੇ? ਪ੍ਰਸ਼ਾਸਨ ਏਐਸਆਈ ਸਾਹਿਬ ਇੱਥੇ ਖੜੇ ਨੇ, ਸੁਰਜੀਤ ਜੀ, ਵੈਸੇ ਤਾਂ ਉਹ ਸਾਡੀ ਮਦਦ ਵੀ ਕਰ ਰਹੇ ਨੇ, ਲੇਕਿਨ ਲੇਡੀ ਪੁਲਿਸ ਨਾ ਹੋਣ ਕਰਕੇ ਉਹ ਲੇਡੀ ਨਾਲ ਗੱਲਬਾਤ ਰਾਹੀਂ ਉਹਦੇ ਨਾਲ ਮਸਲਾ ਹੱਲ ਕਰਵਾ ਰਹੇ ਨੇ। ਲੇਕਿਨ ਜਦੋਂ ਉਹਦਾ ਹੈ ਹੀ ਕੁਝ ਨਹੀਂ, ਹੁਣ ਉਹ ਕਹਿੰਦੇ ਵੀ ਅਸੀਂ ਲੇਡੀ ਪੁਲਿਸ ਬੁਲਾਈ ਹੈ, ਤੁਸੀਂ 10 ਮਿੰਟ ਡੀਕ ਲਓ ਤੇ ਦੇਖੋ ਅੱਗੇ ਉਹ ਕੀ ਕਾਰਵਾਈ ਕਰਦੇ ਆ। ਨਹੀਂ ਕਾਰਵਾਈ ਕਰਨਗੇ ਤੇ ਅਸੀਂ ਆਪਣੀ ਡੈੱਡ ਬੋਡੀ ਲੈ ਕੇ ਜਿਹੜੀ ਹੈ ਨੈਸ਼ਨਲ ਹਾਈਵੇ ਘੇਰਾਂਗੇ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਪ੍ਰਸ਼ਾਸਨ ਦੇ ਖਿਲਾਫ ਅਸੀਂ ਰੋਸ ਪ੍ਰਗਟ ਕਰਾਂਗੇ। ਇੱਥੇ ਦਫਨਾਨ ਨਹੀਂ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਸਰ ਜੀ ਸਾਡੀ ਜ਼ਮੀਨ ਹੈ, ਇਹ ਇਹਨਾਂ ਨੇ ਸਾਡੇ ਨਾਲ ਧੱਕਾ ਕਰਕੇ ਸੋਮਾ ਚੁੱਕੇ ਕੰਧ ਚੜਾਈਆਂ ਤੇ ਬਾਕੀ 60 ਸਾਲ ਦਾ ਸਾਡਾ ਕਬਜ਼ਾ ਬੋਰ ਹੋਇਆ ਵਾ, ਪਰਾਲੀ ਲੱਗੀ ਦੀ, ਰੂੜੀ ਲੱਗੀ ਦੀ, ਬਾਕੀ ਕੋਰਟ ਵਿੱਚ ਸਾਡਾ ਕੇਸ ਚੱਲਣ ਡਿਆ। ਲੇਕਿਨ ਬਾਰਡਰ ਦੇ ਖੇਤਰ ਵਿੱਚ ਨਸ਼ਾ ਤਸਕਰੀ ਵੱਧਦੀ ਜਾ ਰਹੀ ਹੈ ਤੇ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਡਰੋਨ ਰਾਹੀਂ ਪੰਜਾਬ ਵਿੱਚ ਸ਼ਾਂਤੀ ਫੈਲਾਉਣ ਦੇ ਚੱਕਰ ਵਿੱਚ ਹੈ। ਦੂਜੇ ਪਾਸੇ ਪੁਲਿਸ ਦੀ ਸਖਤੀ ਵੱਧਦੀ ਜਾ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਪੁਲਿਸ ਤੇ BSF ਦੇ ਨੇ ਬਾਰਡਰ ਖੇਤਰ ਦੇ 7 ਜ਼ਿਲ੍ਹਿਆਂ ਵਿੱਚ ਤਲਾਸ਼ੀ ਅਭਿयान ਚਲਾਇਆ ਗਿਆ ਤੇ चप्पे चप्पे ते तलाशी भी ली गई। ये आपने देखा है हमारे डीजी साहब के निर्देशन के अनुसार ये हम अलग अलग ऑपरेशंस डेली बेसिस पे और वीकली बेसिस पे और इमरजेंसी ऑपरेशंस ये करते रहते हैं। आज बॉर्डर एरिया में जो हमारे 550 किलोमीटर का जो बॉर्डर है, इसमें हमारे 7 डिस्ट्रिक्ट हैं। तो ये स्पेशल नाइट डोमिनेशन ऑपरेशन जो है ये बॉर्डर एरिया के पास किया गया है, जिसमें हमने BSF के साथ कोऑर्डिनेट करके हमने जॉइंट नाकाबंदी की है। तो लगभग इन 7 जिलों में 100 के करीब नाका लगाए गए हैं और इनमें तकरीबन 2500 के करीब जो जवान हैं, हमारी फोर्स है, उसने भाग लिया है। हर डिस्ट्रिक्ट में एक IG और DIG रैंक के ऑफिसर्स की ड्यूटी लगाई गई है, जो वहाँ लोकल SSP के साथ उनको गाइड और सुपरवाइज़ करने के लिए, क्योंकि बॉर्डर एरिया आप जानते हैं बहुत ही इम्पॉर्टेंट है। तो आज इस ऑपरेशनल पार्ट में ये बॉर्डर एरिया को कवर किया जा रहा है। ये जो पॉइंट्स हैं नॉर्मली हमारी सेकंड लाइन ऑफ डिफेंस है। हमारी जो सेकंड लाइन ऑफ डिफेंस है उस पर हमारे नाके होते हैं। बाकी इन नाकाज में जो स्पेशल नाके होते हैं या सरप्राइज एलिमेंट होता है, तो हम कई बार उनको शिफ्टिंग करते हैं, कई बार एडिशनल लगाते हैं। तो ये सरप्राइज एलिमेंट के साथ आपने जिस एरिया में भी, खास करके आपने जैसे पठानकोट, गुरदासपुर, डिपेंडिंग ऑन द टेरेन, तो ये नाका बदलते रहते हैं। ड्रोन चैलेंज कितना मानते हैं आप, जो ड्रोन से एक्टिविटी हो रही है जहाँ पे? ड्रोन की एक्टिविटी जो है वो बहुत बड़ा चैलेंज है। वो पंजाब पुलिस के लिए भी, BSF के लिए, सारे देश की सिक्योरिटी के लिए एक बहुत बड़ा चैलेंज है, क्योंकि ये एक नई टेक्निक है जिससे दुश्मन देश या जो भी एंटी सोशल एलिमेंट्स हैं, अब इस चैलेंज को हमें उन्हीं की टेक्नोलॉजी से टेक्नोलॉजी इंप्रूव करके और अपनी स्ट्रेटजीज चेंज करके, ये उसी ही दिशा में एक ये कदम है जो आज का आपने ये नाइट डोमिनेशन ऑपरेशन देखा। ਕੈਥਲ ਵਿੱਚ ਪਿਛਲੇ 4 ਮਹੀਨੇ ਤੋਂ ਸਾਧੂਆਂ ਦੇ ਡੇਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਕੈਥਲ ਦੇ ਪਿੰਡ ਸੋਦਾ ਵਿੱਚ ਪੇਸ਼ ਆਇਆ, ਜਦੋਂ ਚੋਰਾਂ ਨੇ ਇੱਕ ਡੇਰੇ ਵਿੱਚੋਂ 7 ਲੱਖ ਦੀ ਚੋਰੀ ਕੀਤੀ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਚੋਰਾਂ ਨੇ ਖੁਦ CIA ਦੀ ਅਧਿਕਾਰੀ ਦੱਸ ਕੇ वारदात ਨੂੰ अंजाम दिता ਤੇ रात के 1 बजे के करीब साधुओं ਨੂੰ बंदी बना के वारदात ਨੂੰ अंजाम दिता। सर ये बीती रात्रि हमारे गांव के पास एक योग आश्रम है जिसे हम कुटिया के नाम से जानते हैं सर, और आसपास एक गवांडो मेला ले कुटिया के नाम से मशहूर है। वहाँ पर एक 40-50 साल से एक शादी भी रहती है जिसकी उम्र 60 से 70 साल है सर। वो रहती है। रात को उन्होंने बताया कि 10-12 व्यक्ति आए, मुंह पर काला कपड़ा बांधे हुए थे। उन्होंने बुआ जी को जो है बंदूक दिखाई और उनको बंदी बना लिया। उनके पास से जितनी भी गहना गट्टा था, लगभग बता रही है 3 जोड़ी सोने की वो थी, बाड़ियाँ थी, गले में हार था, उनके जो है पेंडल था और चैन थी, अंगूठी थी, और राम दरबार के जो है छतर था, और कुछ और भी लगभग मतलब 1 किलो के आसपास चांदी है और 10 से 12 तोड़े सोना है। और इनको मतलब बंदूक दिखाकर अंदर कमरे में बंद कर दिया। उसके बाद उन्होंने मतलब मंदिर की जो है चोरी की, और उसके बाद जाते समय मतलब इनको अंदर बंदी बना के अंदर ही चले गए। हमारे गांव का एक सुबह ही व्यक्ति आता है जो मत्था टेकने आता है सुबह 4 बजे। उन्होंने आकर इन्हें मतलब उसे कैद से छुटवाया
और उन्हें बाहर निकाला। फिर उन्होंने बताया गांव में, जैसे जैसे व्यक्तियों को पता चला, मुझे भी वैसे ही पता चला। और हम जब यहाँ मंदिर में पहुँचे तो मंदिर में सारा सामान बिखरा पड़ा था। ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਬਣ ਰਹੀਆਂ ਗੈਰ ਕਾਨੂੰਨੀ ਇਮਾਰਤਾਂ ਸ਼ਹਿਰ ਗੜਸ਼ੰਕਰ ਦੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਬਿਲਡਿੰਗਾਂ ਬਣਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਸਾਰੇ ਮਾਮਲੇ ਵਿੱਚ ਪ੍ਰਸ਼ਾਸਨ ਬਣਦੀ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ, ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਨਾਜਾਇਜ਼ ਉਸਾਰੀਆਂ ਦੇ ਬਾਰੇ ਕਿਹਾ ਕਿ ਸਰਕਾਰ ਇਸ ਦੀ ਜਾਂਚ ਕਰੇਗੀ। ਧਿਆਨ ਦੇ ਵਿੱਚ ਵੀ ਕੱਲ ਆਇਆ ਸੀ, ਕੁਝ ਇਮਾਰਤਾਂ ਦਾ ਪ੍ਰੈਸ ਦੇ ਵਿੱਚ ਵੀ ਆਇਆ ਵੀ ਇਲੀਗਲ ਬਣ ਰਹੀਆਂ ਆ। ਇਹ ਦੇਖੋ ਬਿਲਕੁਲ ਗਲਤ ਗੱਲ ਆ। ਨਗਰ ਕੌਂਸਲ ਦੇ ਜਿਹੜੇ ਵੀ ਜ਼ਿੰਮੇਵਾਰ ਅਧਿਕਾਰੀ ਆ, ਭਾਵੇਂ ਜੇਈ ਆ ਭਾਵੇਂ ਕੋਈ ਆ, ਉਹ ਤੇ ਐਕਸ਼ਨ ਹੋਣਾ ਚਾਹੀਦਾ ਆ। ਕਿਉਂਕਿ ਦੇਖੋ ਇੱਕ ਕਮੇਟੀ ਨੂੰ ਫਾਈਨੈਂਸ਼ੀਅਲ ਲਾਸ ਹੋ ਰਿਹਾ ਆ ਤੇ ਸ਼ਹਿਰ ਦੇ ਵਿੱਚ ਜੇ ਕਮੇਟੀ ਨੂੰ ਆਮਦਨ ਆਏਗੀ ਤਾਂ ਸ਼ਹਿਰ ਦੀਆਂ ਸਹੂਲਤਾਂ ਹੀ ਵਧੀਆ ਹੋਣਗੀਆਂ। ਇਹਦੇ ਬਾਰੇ ਜ਼ਿੰਮੇਵਾਰ ਅਧਿਕਾਰੀ ਤੇ ਮੈਂ ਸਮਝਦਾ ਆ ਐਕਸ਼ਨ ਲੈਣਾ ਚਾਹੀਦਾ ਆ ਤੇ ਕਮੇਟੀ ਨੂੰ ਵੀ, ਪ੍ਰਧਾਨ ਜੀ ਨੂੰ, ਸਾਰਿਆਂ ਨੂੰ ਇਹਦੇ ਬਾਰੇ ਗੌਰ ਕਰਨਾ ਚਾਹੀਦਾ ਆ। ਧੰਨਵਾਦ। ਸ਼ਹਿਰ ਦੇ ਵਿੱਚ ਕਿਉਂਕਿ ਜਦੋਂ ਪਿਛਲੀ ਵਾਰ ਕਮੇਟੀ ਸੀ ਤਾਂ ਅਸੀਂ ਦੇਖਿਆ ਕਿ ਵੱਖ-ਵੱਖ ਜਿਹੜੇ ਹੋਰ ਹਲਕੇ ਆ ਉਹਨਾਂ ਦੇ ਵਿੱਚ ਗੜਸ਼ੰਕਰ ਦੇ ਵਿੱਚ ਜਿਹੜੀ ਨਕਸ਼ੇ ਦੀ ਫੀਸ ਹੈ ਉਹ ਜ਼ਿਆਦਾ ਆ। ਆਪਾਂ ਇਹਨੂੰ ਘੱਟ ਵੀ ਕਰਾਂਗੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਦੋਂ ਸਰਕਾਰ ਤੁਹਾਨੂੰ ਸਾਰੀਆਂ ਸੁਵਿਧਾਵਾਂ ਦੇਣ ਨੂੰ ਤਿਆਰ ਹੈ ਤਾਂ ਨਾਲ ਜਿਹੜੇ ਸਰਕਾਰ ਦੇ ਜੋ ਕਾਇਦੇ ਕਾਨੂੰਨ ਹੈ ਉਹਨਾਂ ਦੀ ਪਾਲਣਾ ਜ਼ਰੂਰ ਕਰੀਏ। ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ। ਪੰਜਾਬ ਸਰਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਅੱਜ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਨੂੰ ਅੱਗ ਬਚਾਊ ਗੱਡੀਆਂ ਦਿੱਤੀਆਂ ਗਈਆਂ, ਪਰ ਉਹਨਾਂ ਦੋਵੇਂ ਗੱਡੀਆਂ ਤੇ ਨੰਬਰ ਪਲੇਟਾਂ ਹੀ ਨਹੀਂ, ਜਿਨ੍ਹਾਂ ਦਾ ਉਦਘਾਟਨ ਵਿਧਾਇਕ ਜਮੀਲ ਉਰ ਰਹਿਮਾਨ ਨੇ ਕੀਤਾ। ਹੁਣ ਦੇਖਣਾ ਇਹ ਹੈ ਕਿ ਬਿਨਾਂ ਨੰਬਰ ਪਲੇਟ ਦੀਆਂ ਗੱਡੀਆਂ ਸੜਕਾਂ ਤੇ ਚੱਲਦੀਆਂ ਹਨ ਜਾਂ ਫਿਰ ਨਹੀਂ। ਅਸੀਂ ਉਹਨਾਂ ਗੱਡੀਆਂ ਨੂੰ ਰਸਮੀ ਤੌਰ ਤੇ ਗੋਇਆ ਕਿ ਉਹਨਾਂ ਦੀ ਸਰਵਿਸ ਜਿਹੜੀ ਆ ਸ਼ੁਰੂਆਤ ਕੀਤੀ ਹੈ। ਰੱਬ ਕਰੇ ਕਿ ਸ਼ਹਿਰ ਦੇ ਵਿੱਚ ਸੁੱਖ ਸਾਂਦ ਰਹੇ, ਪਰ ਅਸੀਂ ਹਰ ਤਰ੍ਹਾਂ ਦੇ ਪ੍ਰਬੰਧ ਕਰਕੇ ਰੱਖੇ ਹੋਏ ਨੇ। ਕਮੀ ਮਹਿਸੂਸ ਹੋ ਰਹੀ ਸੀ ਕਾਫੀ ਚਿਰਾਂ ਤੋਂ ਕਿ ਸ਼ਹਿਰ ਦੀਆਂ ਜਿਹੜੀਆਂ ਤੰਗ ਗਲੀਆਂ ਜਾਂ ਤੰਗ ਬਾਜ਼ਾਰ ਹਨ, ਅਗਰ ਖੁਦਾ ਨਾ ਖਾਸਤਾ ਉੱਥੇ ਕੋਈ ਅੱਗ ਦੀ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਬੜੀ ਦਿੱਕਤ ਆਉਂਦੀ ਸੀ, ਉੱਥੇ ਤੱਕ ਵੱਡੀ ਗੱਡੀ ਨਹੀਂ ਪਹੁੰਚ ਪਾਉਂਦੀ ਸੀ। ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਸਾਡੇ ਲਈ ਇਹ ਦੋ ਗੱਡੀਆਂ ਮਲੇਰਕੋਟਲਾ ਨਗਰ ਕੌਂਸਲ ਲਈ ਪ੍ਰਵਾਨ ਕੀਤੀਆਂ ਔਰ ਅੱਜ ਉਹ ਸਾਨੂੰ ਮਿਲ ਗਈਆਂ ਨੇ ਤੇ ਅਸੀਂ ਸਮੂਹ ਨਗਰ ਨਿਵਾਸੀ ਜਿਹੜੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਖੁਸ਼ੀ ਮਹਿਸੂਸ ਕਰਦੇ ਹਾਂ। ਨਵੇਂ ਫਾਇਰ ਟੈਂਡਰ ਆ ਗਏ ਨੇ ਜੀ ਤੇ ਥੋੜੀ ਸਾਨੂੰ ਸਟਾਫ ਦੀ ਦਿੱਕਤ ਆ, ਪਰ ਸਰਕਾਰ ਦੇ ਮੁਤਾਬਕ ਉਹ ਵੀ ਵਿਸ਼ਵਾਸ ਦਿਵਾਇਆ ਗਿਆ ਜੀ ਵੀ ਜਲਦੀ ਸਟਾਫ ਦੀ ਭਰਤੀ ਕੀਤੀ ਜਾਵੇਗੀ। ਜਿਹੜੀਆਂ ਨਵੀਆਂ ਗੱਡੀਆਂ ਆਈਆਂ ਕੀ ਫਾਇਦੇ ਹੋਣਗੇ ਇਹਨਾਂ ਦੇ? ਸਰ ਇੱਕ ਤਾਂ ਇਹ ਸੈਮੀ ਆਟੋਮੈਟਿਕ ਨੇ ਜੀ ਗੱਡੀਆਂ ਸਾਰੀਆਂ, ਠੀਕ ਹੈ ਜੀ, ਸਾਰੀਆਂ ਗੱਡੀਆਂ ਪਾਵਰ ਨੇ। ਜੋ ਇਹਨਾਂ ਦੇ ਇੰਸਟਰੂਮੈਂਟ ਨੇ ਸਾਰੇ ਹਾਈਡ੍ਰੋਲਿਕ ਨੇ, ਜਿਹੜੇ ਪਹਿਲਾਂ ਹੁੰਦੇ ਸੀ ਉਹ ਮੈਨੂਅਲ ਹੁੰਦੇ ਸੀਗੇ ਜੀ, ਉਹ 'ਚ ਮੈਨ ਪਾਵਰ ਜ਼ਿਆਦਾ ਲੱਗਦੀ ਸੀਗੀ। ਇਹ ਹਾਈਡ੍ਰੋਲਿਕ ਹੋਣ ਕਰਕੇ ਜੀ ਵਰਕ ਕਰਨ ਦੇ ਵਿੱਚ ਸਟਾਫ ਨੂੰ ਕੋਈ ਦਿੱਕਤ ਨਹੀਂ ਜ਼ਿਆਦਾ ਆਏਗੀ। ਅਤੇ ਇੱਕ ਗੱਡੀ ਸਾਨੂੰ ਛੋਟੀ ਮਿਲੀ ਹੈ ਜੀ, ਜਿਹੜੇ ਮੇਰੇ ਕੋਲ ਦਾ ਕੰਜਸਟਡ ਏਰੀਆ ਹੋਣ ਕਰਕੇ ਸਾਡਾ ਵੱਡਾ ਫਾਇਰ ਟੈਂਡਰ ਨਹੀਂ ਜਾ ਸਕਦਾ ਸੀਗਾ ਅਤੇ ਸਾਨੂੰ ਪਾਈਪ ਲਾਈਨ ਬਹੁਤ ਲੰਬੀ ਵਿਛਾਉਣੀ ਪੈਂਦੀ ਸੀਗੀ, ਉਹ ਤੱਕ ਬਹੁਤ ਟਾਈਮ ਲੱਗ ਜਾਂਦਾ ਸੀਗਾ। ਅਤੇ ਹੁਣ ਸਾਨੂੰ ਜਿਹੜਾ ਨਵਾਂ ਟੈਂਡਰ ਮਿਲਿਆ ਜੀ, ਉਹ ਤੰਗ ਬਾਜ਼ਾਰ ਦੇ ਵਿੱਚ ਸਾਨੂੰ ਇਹ ਫਾਇਰ ਟੈਂਡਰ ਜਿਹੜਾ ਜੀ ਬਹੁਤ ਲਾਭਦਾਇਕ। ਕਰੋੜਾਂ ਦੀ ਲਾਗਤ ਨਾਲ ਬਣਿਆ ਪਠਾਨਕੋਟ ਦਾ 에ਅਰਪੋਰਟ ਸਫੇਦ ਹਾਥੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਫਲਾਈਟਾਂ ਚੱਲਦੀਆਂ ਹਨ ਤਾਂ ਵਪਾਰ ਵਿੱਚ ਵਾਧਾ ਹੋਵੇਗਾ, ਕਿਉਂਕਿ ਹਿਮਾਚਲ ਘੁੰਮਣ ਵਾਲੇ ਪਠਾਨਕੋਟ ਦੇ ਰਸਤੇ 'ਚ ਹੋ ਕੇ ਜਾਂਦੇ ਹਨ। ਜ਼ਿਕਰਯੋਗ ਹੈ ਕਿ 에ਅਰਪੋਰਟ ਸ਼ੁਰੂ ਨਾ ਹੋਣ ਕਰਕੇ ਵਪਾਰੀ ਜ਼ਿਆਦਾ ਪਰੇਸ਼ਾਨ ਹਨ। ਮੇਰਾ ਨਾਮ ਜਗਤਾਰ ਸਿੰਘ ਹੈ ਜੀ, ਸ਼ਾਸਤਰੀ ਨਗਰ ਤੋਂ। ਇਹ ਫਲਾਈਟਾਂ ਪਿੱਛੇ ਕੁਝ ਸਮੇਂ ਤੋਂ ਜਿਹੜੀ ਪਠਾਨਕੋਟ ਤੋਂ ਦਿੱਲੀ ਨੂੰ ਜਾ ਰਹੀ ਸੀਗੀ ਉਹ ਬੰਦ ਹੋਈਆਂ ਪਈਆਂ ਨੇ ਅਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਕੁਝ ਵਪਾਰੀ ਵਰਗ ਜਿਨ੍ਹਾਂ ਨੇ ਦਿੱਲੀ ਜਾਣਾ ਹੁੰਦਾ ਹੈ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਯਾਤਰੂ ਹੁੰਦੇ ਹਨ, ਵਿਦੇਸ਼ ਜਾਣਾ ਹੁੰਦਾ ਹੈ, ਦਿੱਲੀ ਤੋਂ ਉਹਨਾਂ ਦੀ ਫਲਾਈਟ ਹੁੰਦੀ ਹੈ ਤਾਂ ਉਹਨਾਂ ਨੇ ਇੱਥੋਂ ਫਲਾਈਟ ਫੜਨ ਵਿੱਚ ਬਹੁਤ ਦਿੱਕਤ ਹੋ ਰਹੀ ਹੈ ਕਿਉਂਕਿ ਫਲਾਈਟ ਹੈ ਬੰਦ ਹੈ। ਅਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾਵੇ ਤਾਂ ਕਿ ਪਬਲਿਕ ਨੂੰ ਸਹੂਲਤ ਜਿਹੜੀ ਆਪ ਜੀ ਨੇ ਪ੍ਰੋਵਾਈਡ ਕੀਤੀ ਸੀਗੀ ਉਹ ਫਿਰ ਤੋਂ ਸਹੂਲਤ ਮਿਲ ਸਕੇ। ਔਰ ਜਿਨ੍ਹਾਂ ਦਾ ਸਫ਼ਰ ਦਿੱਲੀ ਨੂੰ ਜਾਣਾ ਸੀ ਜਾਂ ਦਿੱਲੀ ਤੋਂ ਅੱਗੇ ਫਿਰ ਅੱਗੇ ਹੋਰ ਵਿਦੇਸ਼ਾਂ ਵਾਸਤੇ ਜਾਂ ਇੰਡੀਆ ਵਿੱਚ ਵੀ ਜਾਣ ਵਾਸਤੇ ਫਲਾਈਟਾਂ ਫੜਨੀਆਂ ਹੁੰਦੀਆਂ ਸੀ ਤਾਂ ਕਿ ਉਹ ਆਰਾਮਦਾਇਕ ਆਪਣਾ ਸਫ਼ਰ ਨੂੰ ਤੈਅ ਕਰ ਸਕਣ ਔਰ ਆਪਣੇ ਸਮੇਂ ਦੀ ਬੱਚਤ, ਮੇਨ ਜੋ ਸਮੱਸਿਆ ਹੈ ਉਹ ਆਪਣੇ ਸਮੇਂ ਦੀ ਬੱਚਤ ਨੂੰ ਕਰ ਸਕਣ। ਕਿਉਂਕਿ ਸਾਧਨ ਤਾਂ ਦਿੱਲੀ ਜਾਣ ਨੂੰ ਟ੍ਰੇਨਾਂ ਜਾਂ ਬੱਸਾਂ ਵੀ ਉਪਲਬਧ ਨੇ,
ਲੇਕਿਨ ਉਹਦੇ ਵਿੱਚ 7-8 ਘੰਟੇ 9 ਘੰਟੇ ਲੱਗ ਜਾਂਦੇ ਨੇ, ਜਿੱਥੇ ਕਿ ਫਲਾਈਟ ਨੇ 1 ਘੰਟੇ ਵਿੱਚ ਹੀ ਉਸ ਨੂੰ ਕਵਰ ਕਰ ਦੇਣਾ ਹੁੰਦਾ ਹੈ ਅਤੇ ਸਮੇਂ ਦੀ ਬਹੁਤ ਭਾਰੀ ਬੱਚਤ ਹੋ ਜਾਂਦੀ ਹੈ। ਔਰ ਪਠਾਨਕੋਟ ਇੱਕ ਇਹੋ ਜਿਹਾ ਸਟੇਸ਼ਨ ਹੈ ਜਿੱਥੇ ਕਿ J&K ਹਿਮਾਚਲ ਵੀ ਜੁੜਿਆ ਹੈ, ਬਹੁਤ ਸਾਰਾ ਹਿਮਾਚਲ ਨੂੰ ਏਰੀਆ। ਫਲਾਈਟਸ ਆਪਰੇਟ ਕਰਨਾ ਜਾਂ ਨਾ ਕਰਨਾ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦਾ ਪ੍ਰੈਰੋਗੇਟਿਵ ਹੈ। ਉਹ ਕਾਫੀ ਸਾਰੀਆਂ ਕੰਡੀਸ਼ਨ ਦੇਖ ਕੇ ਇਸ ਨੂੰ ਡਿਸਾਈਡ ਕਰੂਗੇ। ਪਰ ਹਾਂ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਜੋ ਮੇਰੇ ਮੁਤਾਬਿਕ ਜੇ ਫਲਾਈਟ ਸ਼ੁਰੂ ਹੁੰਦੀਆਂ ਹੈ ਤਾਂ ਲੋਕਾਂ ਨੂੰ ਕਾਫੀ ਫਾਇਦਾ ਹੋਏਗਾ, ਇਸ ਇਲਾਕੇ ਨੂੰ ਵੀ ਔਰ ਹਿਮਾਚਲ ਨੂੰ ਵੀ। ਬਿਕੋਜ਼ ਪਠਾਨਕੋਟ ਜਿਹੜਾ ਹੈਗਾ ਈਵਨ ਹਿਮਾਚਲ ਲਈ ਜਿਹੜਾ ਇੱਕ ਗੇਟਵੇ ਹੈ, ਇੱਥੇ ਬਹੁਤ ਸਾਰੇ ਜਿਹੜੇ ਲੋਕ ਹੈ ਇੱਥੋਂ ਆ ਕੇ ਵੱਖ-ਵੱਖ ਦਿਸ਼ਾ ਜਾ ਸਕਦੇ ਹਨ। ਫੁਲਕਾਰੀ ਕਲੱਬ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਕੋਟਭਾਰਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਤੇ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਡੇ ਕੋਲ ਕੋਈ ਜਗ੍ਹਾ ਨਹੀਂ ਸੀ, ਹੁਣ ਅਸੀਂ ਪਾਰਕ ਦੀ ਉਸਾਰੀ ਕੀਤੀ ਲਗਭਗ 1 ਕਿੱਲੇ ਜਗ੍ਹਾ ਵਿੱਚ, ਪਰ ਅੱਗੇ ਤੋਂ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਵਾਇਆ ਕਰਾਂਗੇ ਅਤੇ ਅਸੀਂ ਧੰਨਵਾਦੀ ਹਾਂ ਪੂਰੀ ਪੰਚਾਇਤ ਦੇ, ਜਿਨ੍ਹਾਂ ਦੇ ਸਹਿਯੋਗ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸ਼ਹਿਰਾਂ ਦੇ ਲੋਕ ਆਪਸ ਵਿੱਚ ਮਿਲ ਕੇ ਇਸ ਵਿਰਾਸਤ ਨੂੰ ਜਿੰਦਾ ਰੱਖਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਔਰ ਇਟਸ ਵੈਰੀ ਨਾਈਸ, ਇਟਸ ਦੇਖ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਇਹ ਇਦਾਂ ਹੀ ਮੇਲੇ ਲੱਗਦੇ ਰਹਿਣਗੇ ਤੇ ਸਾਡੀ ਵਿਰਾਸਤ ਜਿੰਦਾ ਰਹੇਗੀ। ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ, ਮੈਂ ਪਿੰਡ ਦਾ ਮੌਜੂਦਾ ਸਰਪੰਚ ਆ ਜੀ, ਪਿੰਡ ਕੋਟਭਾਰਾ ਦਾ ਮੌਜੂਦਾ ਸਰਪੰਚ ਆ ਜੀ। ਸਾਡੇ ਮਨ 'ਚ ਇੱਕ ਤਾਂਘ ਸੀ ਵੀ ਤੀਆਂ ਜਿਨ੍ਹਾਂ ਨੂੰ ਲੋਕੀ ਭੁੱਲ ਗਏ, ਜਿਹਦੇ ਬਹਾਨੇ ਨਾਲ ਤੀਆਂ ਦੇ ਇੱਕ ਬਹਾਨੇ ਨਾਲ ਜੀ ਕੁੜੀਆਂ ਬੁੜੀਆਂ ਇਕੱਠੀਆਂ ਹੋ ਜਾਂਦੀਆਂ ਜੀ, ਮਨੋਰੰਜਨ ਹੋ ਜਾਂਦਾ। ਸਾਨੂੰ ਇਹ ਸੀ ਵੀ ਕੋਈ ਇੱਕ ਪਲੇਟਫਾਰਮ 'ਤੇ ਇਕੱਠਾ ਕਰਿਆ ਜਾਵੇ। ਇਹ ਪਹਿਲਾਂ ਅਸੀਂ ਪਾਰਕ ਦੀ ਉਸਾਰੀ ਕੀਤੀ ਜੀ, ਇੱਥੇ ਲੋਕਾਂ ਦੇ ਨਜਾਇਜ਼ ਕਬਜ਼ੇ ਸੀ, ਲੋਕਾਂ ਤੋਂ ਕਬਜ਼ੇ ਹਟਾ ਕੇ ਜੀ ਪ੍ਰੋਪਰ 1 ਕਿੱਲੇ ਦੇ ਵਿੱਚ ਅਸੀਂ ਪਾਰਕ ਬਣਾਇਆ ਜੀ। ਤੇ ਫਿਰ ਸਾਡਾ ਤੀਆਂ ਲਵਾਉਣ ਦਾ ਮਕਸਦ ਸੀਗਾ ਹੀ, ਅਸੀਂ ਫੁਲਕਾਰੀ ਕਲੱਬ ਬਠਿੰਡਾ ਨਾਲ ਸਾਡਾ ਰਾਬਤਾ ਕਾਇਮ ਹੋਇਆ ਜੀ। ਅਸੀਂ ਫਿਰ ਰਲ ਮਿਲ ਕੇ ਸੋਚਿਆ ਵੀ ਕਿਉਂ ਨਾ 1 ਦਿਨ ਵਾਸਤੇ ਹੀ ਕਰਾ ਲਿਆ ਜਾਵੇ ਤੇ ਅੱਗੇ ਤੋਂ ਅਸੀਂ ਰੈਗੂਲਰ ਤੇ ਵਧੀਆ ਢੰਗ ਨਾਲ ਤੀਆਂ ਪ੍ਰੋਪਰ ਕਰਾਇਆ ਕਰਾਂਗੇ। ਪਾਰਕ ਤੇ ਘੱਟੋ ਘੱਟ 15 ਲੱਖ ਰੁਪਈਆ ਖਰਚਾ ਆ ਗਿਆ ਹੋਣਾ ਜੀ, ਪ੍ਰੋਪਰ ਬਾਉਂਡਰੀ ਕਰਾਉਣ ਤੇ ਜੀ, ਆਪਣਾ ਜਿੰਨੇ ਵੀ ਝੂਲਾ ਵਗੈਰਾ ਤੇ ਜੀ ਹੋਰ ਸਾਰਾ ਸਿਸਟਮ ਜੀ 15 ਲੱਖ ਰੁਪਈਆ ਖਰਚਾ ਆ ਗਿਆ। ਕਾਰਨ ਜੀ ਪਹਿਲੀ ਹੀ ਗੱਲ ਤਾਂ ਜੀ ਇਹ ਹੋ ਗਿਆ, ਮਤਲਬ ਵੀ ਕੋਈ ਜਗ੍ਹਾ ਹੀ ਨਹੀਂ ਰਹੀ ਪ੍ਰੋਪਰ ਤੀਆਂ ਵਾਸਤੇ। ਲੋਕ ਇਹਨਾਂ ਨੂੰ ਭੁੱਲਦੇ ਜਾ ਰਹੇ ਆ ਕਿਉਂਕਿ ਜਦੋਂ ਕੋਈ ਪਲੇਟਫਾਰਮ ਨਾ ਮਿਲੇ, ਕੁੜੀਆਂ ਬੁੜੀਆਂ ਨੂੰ ਇਕੱਠੀਆਂ ਹੋਣ ਨੂੰ ਪ੍ਰੋਪਰ ਸੇਫ ਜਗ੍ਹਾ ਨਾ ਮਿਲੇ, ਲੋਕ ਉੱਥੇ ਲੇਡੀਜ਼ ਆਉਣ ਤੋਂ ਸੰਗਦੀਆਂ ਜਦੋਂ ਪ੍ਰੋਪਰ ਸੇਫ ਜਗ੍ਹਾ ਨਾ ਹੋਵੇ, ਤੇ ਲੋਕ ਵੀ ਘੱਲਣ ਤੋਂ ਸੰਗਦੇ ਆ ਵੀ ਜੀ ਜਿੱਥੇ ਸੇਫ ਜਗ੍ਹਾ ਨਹੀਂ ਆਪਾਂ ਘੱਲਦੇ ਨਹੀਂ। ਅਸੀਂ ਸੇਫ ਜਗ੍ਹਾ ਕਰਕੇ ਪ੍ਰਬੰਧ ਕਰਕੇ ਫਿਰ ਹੀ ਇਹ ਤੀਆਂ ਦਾ ਤਿਉਹਾਰ ਕਰਵਾਇਆ। ਤਰਨਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਪਟਵਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਕਾਪੀਆਂ ਸਾੜੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਪਟਵਾਰੀਆਂ ਦੀਆਂ 1000 ਤੋਂ ਵੱਧ ਪੋਸਟਾਂ ਘਟਾਉਣ ਨੂੰ ਲੈ ਕੇ ਪੰਜਾਬ ਅੰਦਰ ਜ਼ਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਆਪਣੇ ਮੰਗ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਨੂੰ ਦੇਣ ਵਾਸਤੇ ਪਟਵਾਰ ਯੂਨੀਅਨ ਆਗੂ ਸੁਖਪ੍ਰੀਤ ਸਿੰਘ ਪੰਨੂ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਗਵਾਈ ਹੇਠ ਦਿੱਤਾ ਗਿਆ। ਸਪਸ਼ਟ ਕਰ ਰਿਹਾ ਕਿਉਂਕਿ ਇਹਦੇ ਵਿੱਚ ਜੇ ਗੱਲ ਆਉਂਦੀ ਹੈ ਤਾਂ ਸਰਕਾਰ ਦੀ ਨਲਾਇਕੀ ਦੀ ਆਉਂਦੀ ਆ, ਕਿਉਂਕਿ ਸੈਕਟਰੀਏਟ ਦੇ ਵਿੱਚ ਇਸ ਵੇਲੇ ਅਫਸਰਸ਼ਾਹੀ ਜਿਹੜੀ ਉਹ ਕੰਮਾਂ ਤੇ ਭਾਰੂ ਆ। ਕੋਈ ਵੀ ਕੰਮ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਸਰਕਾਰ ਸਹੀ ਤਰੀਕੇ ਨਾਲ ਕੋਈ ਕੰਮ ਨਹੀਂ ਕਰ ਰਹੀ। ਇਸ ਲਈ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਕੁੱਲ ਸਾਡੀਆਂ 4716 ਪੋਸਟਾਂ ਸੀ ਪੰਜਾਬ ਦੇ ਵਿੱਚ, ਜਿਹਦੇ ਵਿੱਚੋਂ 1050 ਪੋਸਟਾਂ ਪਟਵਾਰੀਆਂ ਦੀਆਂ ਖਤਮ ਕਰ ਦਿੱਤੀਆਂ ਗਈਆਂ, ਜਦੋਂ ਕਿ ਸਮੇਂ ਦੇ ਅਨੁਸਾਰ ਲੈਂਡ ਰਿਕਾਰਡ ਮੈਨੂਅਲ ਦੇ ਮੁਤਾਬਕ ਜਦੋਂ ਕੰਮ ਕਿਸੇ ਵੀ ਪਟਵਾਰ ਸਰਕਲ ਦੇ ਵਿੱਚ ਜ਼ਿਆਦਾ ਹੁੰਦਾ, ਕੰਮ ਵੱਧਦਾ ਹੈ, ਤਾਂ ਉਸ ਸਮੇਂ ਨਵੇਂ ਪਟਵਾਰ ਸਰਕਲ ਹੋਂਦ ਵਿੱਚ ਆਉਣੇ ਚਾਹੀਦੇ ਆ। ਪਰ ਨਵੇਂ ਪਟਵਾਰ ਸਰਕਲ ਲਿਆਉਣ ਦੀ ਬਜਾਏ ਸਰਕਾਰ ਨੇ 1050 ਪਟਵਾਰ ਸਰਕਲ ਜਿਹੜੇ ਹੋਰ ਖਤਮ ਕਰ ਦਿੱਤੇ ਆ। ਇਸ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਪਹਿਲਾਂ ਸਾਡੇ 12 ਜ਼ਿਲ੍ਹੇ ਸੀਗੇ, 12 ਜ਼ਿਲ੍ਹਿਆਂ ਤੋਂ ਜ਼ਿਲ੍ਹਿਆਂ ਦੀ ਗਿਣਤੀ 23 ਹੋ ਚੁੱਕੀ ਆ। ਤਹਿਸੀਲਾਂ ਦੀ ਗਿਣਤੀ ਜਿਹੜੀ ਉਹ 62 ਸੀਗੀ, ਇਸ ਵੇਲੇ 96 ਤਹਿਸੀਲਾਂ ਸਮੁੱਚੇ ਪੰਜਾਬ ਵਿੱਚ ਹੋਂਦ ਵਿੱਚ ਆ ਚੁੱਕੀਆਂ ਹਨ, ਪਰ ਜਿਹੜਾ ਸਟਾਫ ਹੈ ਉਹ ਕਿਤੇ ਵੀ ਨਹੀਂ ਪੂਰਾ। ਦੁੱਖ ਭਰੀ ਖਬਰ ਹੁਸ਼ਿਆਰਪੁਰ ਦੇ ਸਰਹਾਲਾ ਮੁੰਡਿਆਂ ਤੋਂ ਹੈ, ਜਿੱਥੇ ਇੱਕੋ ਪਰਿਵਾਰ ਨੇ ਆਪਣੀ ਬੇਟੀ ਹਰਮਨਪ੍ਰੀਤ ਕੌਰ ਦਾ ਵਿਆਹ ਸਾਲ 2018 ਵਿੱਚ ਮੁਰਾਦਪੁਰ ਪਟਿਆਲਾ ਦੇ ਰਹਿਣ ਵਾਲੇ ਨੌਜਵਾਨ ਹਰਮਨਦੀਪ ਸਿੰਘ ਨਾਲ ਕੀਤਾ ਸੀ ਤੇ ਕੁਝ ਦਿਨਾਂ ਬਾਅਦ ਮੁੰਡਾ ਅਮਰੀਕਾ ਚਲਾ ਗਿਆ ਤੇ ਉਸ ਤੋਂ ਬਾਅਦ ਉਸਨੇ ਆਪਣੀ ਪਤਨੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇਧਰ ਲੜਕੀ ਨੇ ਚਾਚਾ ਸੋਹਰਾ ਤੇ ਚਾਚੀ ਸੱਸ ਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਘਰੋਂ ਕੱਢ ਦਿੱਤਾ। ਅੰਤ ਦੁਖੀ ਹੋ ਕੇ ਲੜਕੀ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਬਹਰਾਲ ਪੁਲਿਸ ਨੇ ਸੋਹਰਾ ਪਰਿਵਾਰ, ਚਾਚਾ ਤੇ ਚਾਚੀ ਖਿਲਾਫ ਮਾਮਲਾ ਦਰਜ ਕਰਕੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਚਾਚੀ ਹਲੇ ਫਰਾਰ ਹੈ ਤੇ ਇਸ ਕੇਸ ਵਿੱਚ ਬਾਕੀ ਨਾਮਜ਼ਦ ਦੋਸ਼ੀ ਅਮਰੀਕਾ ਵਿੱਚ ਹਨ। ਬੇਟੀ ਦਾ ਰਿਸ਼ਤਾ ਕੀਤਾ ਸੀਗਾ ਜੀ ਆਪਾਂ ਪਿੰਡ ਮੁਰਾਦਪੁਰ ਨਰੇਵਾਲ ਤੇ
ਜਿਹੜਾ ਮੇਰੀ ਲੜਕੀ ਦਾ ਚਾਚਾ ਸਹੁਰਾ ਜੀ, ਇਹਨੇ ਰਿਸ਼ਤਾ ਮੰਗ ਕੇ ਲਿਆ ਸੀਗਾ ਜੀ। ਤੇ ਵਿਆਹ ਤੋਂ ਬਾਅਦ 2 ਹਫ਼ਤੇ ਮੁੰਡਾ ਇੱਥੇ ਰਿਹਾ ਜੀ ਇੰਡੀਆ, ਤੇ ਬਾਅਦ 'ਚ ਚਲ ਗਿਆ ਅਮਰੀਕਾ ਜੀ। ਤੇ ਉਸ ਤੋਂ ਬਾਅਦ ਚਾਚੀ ਆਪਣੇ ਸੱਸ ਵੀ ਨਾਲ ਹੀ ਚਲ ਗਈ ਸੀ, ਤੇ ਜਿਹੜਾ ਮੇਰੀ ਬੇਟੀ ਦਾ ਸਹੁਰਾ ਸੀ ਉਹ ਬਾਅਦ 'ਚ ਇੱਥੋਂ ਬਾਅਦ 'ਚ ਗਿਆ ਜੀ ਅਮਰੀਕਾ। ਬਸ ਉਹਦੇ ਜਾਣ ਤੋਂ ਬਾਅਦ ਹੀ ਚਾਚੇ ਨੇ ਜੀ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਵੀ ਰਾਹੇ ਬਗਾਹੇ ਮਿਹਣੇ ਮਾਰਨੇ ਕਿ ਤੁਹਾਡਾ ਸਾਰਾ ਪਰਿਵਾਰ ਬਾਹਰ ਤੋਂ ਆਇਆ ਸੀ, ਫੌਰਨ ਤੋਂ ਆਏ ਸੀ, ਤੇ ਸਾਡੀ ਹੈਸੀਅਤ ਮੁਤਾਬਕ ਤੁਸੀਂ ਦਾਜ ਦਹੂਜ ਨਹੀਂ ਦਿੱਤਾ। ਜਦ ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਦਾਜ ਦਹੇਜ ਨਹੀਂ ਚਾਹੀਦਾ, ਤੇ ਤੁਸੀਂ ਪੈਸੇ ਦੇ ਰੂਪ 'ਚ ਜਿਹੜੀ ਚੀਜ਼ ਦੇਣੀ ਆ ਉਹਦੇ ਨਾਲੋਂ ਪੈਸਾ ਦੇ ਸਕਦੇ ਤੁਸੀਂ, ਕੁੜੀ ਦੇ ਕੰਮ ਆਊਗਾ। ਅਸੀਂ ਇਹਨਾਂ ਨੂੰ ਪੈਸੇ ਹੀ ਦੇ ਦਿੱਤੇ ਜੀ, ਵੀ ਜੋ ਮਰਜ਼ੀ ਤੁਸੀਂ ਬਣਾ ਲਿਓ ਤੇ ਜੋ ਮਰਜ਼ੀ ਨਾ ਬਣਾਇਓ ਜੀ। ਉਸ ਤੋਂ ਬਾਅਦ 'ਚ ਜੀ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਰਹੇ, ਪਰ ਕੁੜੀ ਨੇ ਸਾਨੂੰ ਦੱਸਿਆ ਨਹੀਂ ਜੀ। ਤੇ ਆਪਣੇ ਦੀਵਾਲੀ ਸੀ, ਦੀਵਾਲੀ ਤੋਂ 2 ਦਿਨ ਪਹਿਲਾਂ ਚਾਚੀ ਨੇ ਫੋਨ ਕੀਤਾ ਕਿ ਤੁਸੀਂ ਆ ਕੇ ਕੁੜੀ ਨੂੰ ਲੈ ਜਾਓ, 2 ਦਿਨ ਤੁਹਾਡੇ ਕੋਲ ਰਹਿ ਜਾਊਗੀ। ਤੇ ਮੈਂ ਤੇ ਮੇਰੀ ਵਾਈਫ ਅਸੀਂ ਮਿਲਣ ਗਏ ਹਾਂ। ਅਸੀਂ ਕਿਹਾ ਭੈਣ ਜੀ ਭਾਈ ਕੱਲ੍ਹ ਨੂੰ ਦੀਵਾਲੀ ਆ, ਦੀਵਾਲੀ ਤੁਸੀਂ ਆਪਣੇ ਘਰ ਮਨਾਓ, ਪਹਿਲੀ ਦੀਵਾਲੀ ਬੇਟੀ ਦੀ ਵੀ ਤਾਂ ਆਪਣੇ ਘਰ ਮਨਾਓਗੀ। ਪਰ ਮੈਂ ਦੀਵਾਲੀ ਤੋਂ ਦੂਜੇ ਦਿਨ ਜਾ ਕੇ ਲੈ ਆਉਂਗਾ। ਮੈਂ ਦੀਵਾਲੀ ਤੋਂ ਦੂਜੇ ਦਿਨ ਗਿਆ ਤਾਂ ਮੈਂ ਬੇਟੀ ਨੂੰ ਜਾ ਕੇ ਜੀ ਘਰ ਲੈ ਆਇਆ। ਤੇ ਉਸ ਲਈ ਕੋਈ ਉਹਨਾਂ ਦੇ ਫੇਸ 'ਤੇ ਵੀ ਕੋਈ ਇੱਦਾਂ ਦਾ ਗੁੱਸਾ ਨਹੀਂ ਸੀ, ਉਹ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਜੀ। ਤੇ ਕੁੜੀ ਨੂੰ ਮੈਂ ਘਰ ਲੈ ਆਂਦਾ, ਕੁੜੀ ਨੇ ਦੂਜੇ ਦਿਨ ਸਵੇਰ ਨੂੰ ਫੋਨ ਕੀਤਾ ਚਾਚੀ ਸੱਸ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਲਈ, ਉਹਨੂੰ ਫੋਨ ਨਹੀਂ ਚੱਕਿਆ। 2 ਦਿਨ ਫੋਨ ਕਰਦੀ ਰਹੇ, ਫੋਨ ਨਹੀਂ ਚੱਕਿਆ ਜੀ। ਤੀਜੇ ਦਿਨ ਜਾ ਕੇ ਫੋਨ ਚੱਕਿਆ ਤਾਂ ਕਹਿੰਦੀ ਵੀ ਤੂੰ ਇੱਥੇ ਰਹਿ, ਤੇਰੀ ਇੱਥੇ ਕੋਈ ਲੋੜ ਨਹੀਂ, ਜਦੋਂ ਮੁੰਡਾ ਆਊਗਾ ਹਰਮਨ ਹਸਬੈਂਡ ਤੇਰਾ ਉਹ ਆ ਕੇ ਲੈ ਜਾਊਗਾ। ਤੇ ਇਹ ਕਹਿੰਦੀ ਵੀ ਮੰਮੀ ਮੇਰੀਆਂ ਤਾਂ ਕਿਤਾਬਾਂ ਵੀ ਬੁੱਕਸ ਵੀ ਇੱਥੇ ਆ, ਵਰਦੀ ਵੀ ਇੱਥੇ, ਮੈਂ ਪੜ੍ਹਨ ਜਾਣਾ। ਤੇ ਕਹਿੰਦੀ ਮੈਨੂੰ ਨਹੀਂ ਪਤਾ, ਇੰਨਾ ਕਹਿ ਕੇ ਫੋਨ ਕੱਟ ਦਿੱਤਾ। ਬਾਅਦ 'ਚ ਮੈਂ ਕਿਹਾ ਤੂੰ ਚਾਚਾ ਜੀ ਨੂੰ ਫੋਨ ਕਰ ਆਪਣੇ ਨੂੰ, ਵੀ ਉਹ ਦੇਖ ਕੀ ਕਹਿੰਦੇ ਆ। ਤੇ ਬਾਅਦ 'ਚ ਬੇਟੀ ਨੇ ਚਾਚਾ ਜੀ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਮੈਂ ਲੱਤਾਂ ਵੱਢ ਦੂੰਗਾ, ਇੱਥੇ ਬੜੀ ਦਾ, ਪਰ ਤੇਰੀ ਨਹੀਂ ਇੱਥੇ ਕੋਈ ਵੀ ਲੋੜ। ਕਾਰਨ ਕੀ ਸੀਗਾ, ਕਿਉਂ ਤੰਗ ਪਰੇਸ਼ਾਨ ਕਰਦੇ ਸੀਗੇ? ਤੰਗ ਪਰੇਸ਼ਾਨ ਦਾ ਕਾਰਨ ਇਹ ਸੀਗਾ ਜੀ, ਜਿੱਦਾਂ ਆਪਾਂ ਵੱਡੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਜੀ, ਤੇ ਬਾਅਦ 'ਚ ਇਹ ਕਹਿੰਦੇ ਕਿ ਤੂੰ ਆਪਣੀ ਛੋਟੀ, ਚਾਚਾ ਕਹਿੰਦਾ ਹਰਜਿੰਦਰ ਸਿੰਘ ਵੀ ਆਪਣੀ ਛੋਟੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰ, ਤੇ ਆਪਾਂ ਉਹਨੂੰ ਆਈਲੈਟ ਕਰਾਵਾਂਗੇ ਤੇ ਉਹਦੇ ਮੇਰਾ ਮੁੰਡਾ ਵੀ ਬਾਹਰ ਚਲ ਜਾਊਗਾ। ਅਸੀਂ ਕਿਹਾ ਚਲੋ ਠੀਕ ਆ। ਜਦੋਂ ਬੜੀ ਕੁੜੀ ਦਾ ਵਿਆਹ ਸੀ ਉਦੋਂ ਰਿੰਗ ਸੈਰਮਨੀ ਵੀ ਕੀਤੀ। ਉਸ ਤੋਂ ਬਾਅਦ ਜਦੋਂ ਇਹਨੇ ਕੁੜੀ ਨੂੰ ਭੇਜ ਦਿੱਤਾ ਇੱਥੇ ਘਰ, ਤਾਂ ਮੈਨੂੰ ਪਰੇਸ਼ਾਨੀ 'ਚ ਪੈਰਾਲਾਈਜ਼ ਦਾ ਅਟੈਕ ਹੋ ਗਿਆ। ਮੇਰੀ ਵਾਈਫ ਵੀ ਬਿਮਾਰ ਹੋ ਗਈ, ਲੀਵਰ 'ਚ ਨੁਕਸ ਪੈ ਗਿਆ, ਹਸਪੀਟਲ ਸੀ। ਤੇ ਚਾਚੀ ਸੱਸ ਤੇ ਚਾਚਾ ਸਹੁਰਾ ਹਰਜਿੰਦਰ ਸਿੰਘ ਤੇ ਨਿਰਮਲ ਕੌਰ ਇਹ ਛੋਟੀ ਕੁੜੀ ਨੂੰ ਪਰੇਸ਼ਾਨ ਕਰਦੇ ਸੀ ਵੀ ਤੂੰ ਆਈਲੈਟ ਕਰ, ਆਪਣੇ ਮੰਮੀ ਡੈਡੀ ਨੂੰ ਕਹਿ ਪੈਸੇ ਲਾ ਦੇਣ, ਅਸੀਂ ਤੁਹਾਨੂੰ ਬਾਅਦ 'ਚ ਦੇ ਦੇਵਾਂਗੇ। ਉਹ ਛੋਟੀ ਕੁੜੀ ਕਹਿੰਦੀ ਮੰਮੀ ਡੈਡੀ ਦੋਵੇਂ ਹਸਪੀਟਲ ਆ, ਮੈਂ ਉਹਨਾਂ ਨੂੰ ਕਿੱਦਾਂ ਕਹਿ ਦੇਵਾਂ, ਠੀਕ ਹੋ ਕੇ ਘਰ ਆਊਗੇ ਫੇਰ ਮੈਂ ਗੱਲ ਕਰੂੰਗੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਉਸ ਦੀ ਸਮਾਧ ਉੱਪਰ ਪ੍ਰਸ਼ੰਸਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ, ਉੱਥੇ ਉਸ ਦੀ ਸਮਾਧ ਉੱਪਰ ਵਾਲੀ ਸੜਕ ਉੱਪਰ ਦੁਕਾਨਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਕਈ ਗਰੀਬ ਲੋਕਾਂ ਵੱਲੋਂ ਵੀ ਟੀ-ਸ਼ਰਟਾਂ, ਕੜੇ ਅਤੇ ਚਾਬੀਆਂ ਦੇ ਛੱਲੇ ਵੇਚ ਕੇ ਕਾਰੋਬਾਰ ਚਲਾਇਆ ਜਾ ਰਿਹਾ ਹੈ। ਸਮਾਧ ਵਾਲੇ ਰੋਡ ਉੱਪਰ 10 ਤੋਂ 12 ਦੇ ਕਰੀਬ ਦੁਕਾਨਾਂ ਲੱਗੀਆਂ। ਦੁਕਾਨਦਾਰਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜਾਣ ਪਿੱਛੋਂ ਸਾਨੂੰ ਉਹ ਰੁਜ਼ਗਾਰ ਦੇ ਗਿਆ। ਦੂਰੋਂ ਦੂਰੋਂ ਪ੍ਰਸ਼ੰਸਕ ਸਿੱਧੂ ਦੀ ਸਮਾਧ ਤੇ ਪਹੁੰਚ ਕੇ ਰੱਖੜੀ ਬੰਨ ਰਹੇ ਹਨ। ਐਤਵਾਰ ਹੀ ਨਹੀਂ ਸਗੋਂ ਹਰ ਦਿਨ ਸਮਾਧ ਤੇ ਪ੍ਰਸ਼ੰਸਕ ਪਹੁੰਚਦੇ ਹਨ। ਇੱਕ ਬਹੁਤ ਹੀ ਦੁੱਖ ਦੀ ਘੜੀ ਵਿੱਚ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ, ਉਸ ਦੀ ਆਤਮਾ ਸਾਡੇ ਦਿਲਾਂ ਵਿੱਚ ਰਹੂਗੀ, ਉਸ ਨੂੰ ਤਾਜ਼ਾ ਕਰਨ ਲਈ ਇੱਥੇ ਆਵਾਂਗੇ। ਰੱਖੜੀਆਂ ਦਾ ਕੀ ਸੀਨ ਹੈ ਕਹਿੰਦੇ? ਸਾਡਾ ਪਰਿਵਾਰ ਸਮੇਤ ਸਾਡਾ ਭੈਣ ਭਾਈ ਮਤਲਬ ਕਿ ਕਦੇ ਭਰਾ ਨੂੰ ਹਰੇਕੀ ਰੱਖੜੀ ਬੰਨ੍ਹਦਾ, ਉਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਥੇ ਆਏ ਹਾਂ। ਮੇਰਾ ਪਰਿਵਾਰ ਕਾਫੀ ਦਿਨ ਤੋਂ ਰਿਕੁਐਸਟ ਕਰ ਰਿਹਾ ਸੀ ਕਿ ਆਪਾਂ ਉੱਥੇ ਜਾ ਕੇ ਆਵਾਂਗੇ। ਮੇਰੇ ਸਸੁਰਾਲ ਪੈਂਦੇ ਆ ਕਣਕਵਾਲ, ਮੈਂ ਜੌਬ ਕਰਦਾ ਚੰਡੀਗੜ੍ਹ, ਤੇ ਚੰਡੀਗੜ੍ਹ ਤੋਂ ਮੈਂ ਸਪੈਸ਼ਲ ਆਇਆ ਇੱਥੇ। ਅੱਛਾ। ਤੇ ਪਰਿਵਾਰ ਨੇ ਆ ਕੇ ਰੱਖੜੀ ਬੰਨ੍ਹੀ ਹੈ, ਤੇ ਹੋਰ ਵੀ ਛੋਟੇ ਬੱਚੇ ਵੀ, ਗੁੜੀਆ ਮੇਰੀ ਉਹ ਵੀ ਕਹਿ ਰਹੀ ਸੀ ਕਿ ਮੈਂ ਦੇਖਣਾ ਹੈ, ਉਹਨਾਂ ਨੇ ਦੇਖਿਆ। ਬਾਕੀ ਨਾਮੀ 17 ਸੀਗਾ ਭਾਜੀ, ਦੁਨੀਆ ਤੋਂ ਚਲਾ ਗਿਆ, ਪਰ ਉਹ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦਾ। ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਪਸ਼ੂਆਂ ਵਿੱਚ ਤੇਜ਼ੀ ਨਾਲ ਬਿਮਾਰੀ ਫੈਲ ਰਹੀ ਹੈ ਤੇ ਇਸ ਦਾ ਕੋਈ ਇਲਾਜ ਨਹੀਂ ਮਿਲ ਰਿਹਾ ਤੇ ਪਸ਼ੂ ਮਰ ਰਹੇ ਹਨ। ਪੀੜਿਤ ਕਿਸਾਨਾਂ ਨੇ ਕਿਹਾ ਕਿ ਇਸ ਦਾ ਇਲਾਜ ਲੱਭਿਆ ਜਾਵੇ ਤੇ ਪਿੰਡਾਂ ਵਿੱਚ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾਣ ਤਾਂ ਜੋ ਬੇਜ਼ੁਬਾਨਾਂ ਦਾ ਇਲਾਜ ਹੋ ਸਕੇ। ਨਾਮ ਵੀਰ ਜੀ ਆਪਣਾ? ਜਗਮੀਤ ਸਿੰਘ ਜੀ।
ਤੇ ਕੀ ਗੱਲ ਹੋਈ ਵੀਰੇ ਡੰਗਰਾਂ ਨੂੰ ਜਿਹੜਾ ਧੱਫੜ ਜੇ ਨੇ ਸਾਰੇ ਪਏ? ਭਾਜੀ ਬਿਮਾਰੀ ਕੋਈ ਚੱਲੀ ਆ, ਪਤਾ ਨਹੀਂ ਕੀ ਚੱਲੀ ਆ, ਤੇ ਬਸ ਇਲਾਜ ਕਰਾਈ ਜਾਂਦੇ, ਪੈਸੇ ਲਾਈ ਜਾਂਦੇ, ਜੇ ਕੋਈ ਇਹਨਾਂ ਦਾ ਰਿਕਵਰੀ ਨਹੀਂ ਹੋਈ। ਕਿੰਨੇ ਦਿਨਾਂ ਤੋਂ ਇਹ ਜਿਹੜੇ ਜਾਨਵਰ ਪਏ ਨੇ? 8-9 ਦਿਨ ਹੋ ਗਏ ਆ ਵੀਰ ਜੀ। ਕਿੰਨੇ ਜਾਨਵਰ ਨੇ ਟੋਟਲ? 3 ਜਾਨਵਰ ਜੀ। ਇਹ ਟੋਟਲ ਕਿੰਨੇ ਦੇ ਲਿਆਂਦੇ ਤੇ ਕਿੰਨੇ ਕਦੇ ਹੋਣਗੇ ਜਿਹੜੇ? ਇਹ ਵੀਰ ਜੀ ਲਾ ਲਓ 1.5 ਲੱਖ ਦੇ ਤਾਂ ਹੋਣਗੇ ਜੀ। ਤੇ ਹੁਣ ਤੱਕ ਕਿੰਨਾ ਖਰਚਾ ਆ ਚੁੱਕਾ ਇਹਨਾਂ ਦਾ? ਕੋਈ 20-25 ਹਜ਼ਾਰ ਰੁਪਇਆ ਆ ਗਿਆ। ਕੀ ਮੰਗ ਕਰਦੇ ਤੁਸੀਂ? ਮੰਗ ਇਹੋ ਕਰਦੇ ਹਾਂ ਕਿ ਸਰਕਾਰ ਕੋਈ ਬਾਂਹ ਫੜੇ ਕਿਸਾਨਾਂ ਦੀ। ਅੱਗੇ ਸਾਡਾ ਝੋਨਾ ਡੁੱਬਾ ਪਿਆ ਸਾਰਾ, ਪਹਿਲੋਂ ਤਾਂ ਸਾਡਾ ਝੋਨਾ ਰੱਬ ਨੇ ਮਾਰਤਾ, ਹੁਣ ਸਾਡੇ ਡੰਗਰਾਂ ਨੂੰ ਇਹ ਬਿਮਾਰੀ ਚੱਲ ਪਈ। ਬਠਿੰਡਾ ਦੇ ਨਾਰਥ ਈਸਟ ਵਿੱਚ ਆਸਥਾ 7 ਸਟਾਰ ਵੱਲੋਂ ਚਲਾਏ ਜਾ ਰਹੇ ਮੰਦਬੁੱਧੀ ਬੱਚਿਆਂ ਦੇ ਸਕੂਲ, ਜਿਸ ਵਿੱਚ ਅੱਜ ਅੰਕਿਤ ਚਾਵਲਾ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਸਕੂਲ ਦੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਹਨਾਂ ਲਈ ਖਾਣ ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ। ਇਸ ਮੌਕੇ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੰਦਬੁੱਧੀ ਬੱਚਿਆਂ ਦੇ ਨਾਲ ਹਰ ਸ਼ਹਿਰ ਵਾਸੀ ਆ ਕੇ ਸਮਾਂ ਬਿਤਾਏ ਅਤੇ ਉਹਨਾਂ ਦਾ ਹੌਸਲਾ ਵੀ ਵਧਾਏ, ਤਾਂ ਜੋ ਉਹ ਵੀ ਸਾਡੇ ਸਮਾਜ ਨਾਲ ਜੁੜੇ ਰਹਿਣ ਅਤੇ ਉਹ ਦੂਸਰੇ ਬੱਚਿਆਂ ਦੇ ਮੁਕਾਬਲੇ ਵਧੀਆ ਮਹਿਸੂਸ ਕਰਨ। ਇਸ ਮੌਕੇ ਸਕੂਲ ਦੇ ਸਟਾਫ, ਚੇਅਰਪਰਸਨ ਸੁਮਰ ਪਰਾਸ਼ਰ, ਅਧਿਆਪਕ ਪੂਰਨਿਮਾ ਸਿੰਘ, ਮਲਕੀਤ ਸਿੰਘ ਹਾਜ਼ਰ ਸਨ। ਕੀ ਨਾਮ ਆਪਣਾ, ਕੀ ਕਹਿਣਾ ਚਾਹੋਗੇ? ਮੇਰਾ ਨਾਮ ਅੰਕਿਤ ਚਾਵਲਾ ਹੈ। ਮੈਂ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਨਿਵਾਸੀ ਹਾਂ। ਮੈਂ ਅੱਜ ਆਸਥਾ 7 ਸਟਾਰ ਸੁਪਰ ਸਪੈਸ਼ਲ ਸਕੂਲ ਵਿੱਚ ਆਇਆ ਹਾਂ, ਜਿੱਥੇ ਕਿ ਇੱਥੇ ਮੰਦਭਾਗੀ ਬੱਚਿਆਂ ਨੂੰ ਮਿਲ ਕੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ। ਇੱਥੇ ਇਹਨਾਂ ਨਾਲ ਮੈਂ ਹੱਸਿਆ ਖੇਡਿਆ, ਬਹੁਤ ਹੀ ਇਹਨਾਂ ਨੇ ਵਧੀਆ ਸਿਸਟਮ ਜਾਂ ਉਪਰਾਲਾ ਬਣਾ ਰੱਖਿਆ ਹੈ। ਮੈਂ ਹਰੇਕ ਹੀ ਬਠਿੰਡਾ ਨਿਵਾਸੀ ਨੂੰ ਬੇਨਤੀ ਕਰੂੰਗਾ ਕਿ ਉਹ ਵੱਧ ਚੜ੍ਹ ਕੇ ਇੱਥੇ ਆਉਣ ਅਤੇ ਇਹਨਾਂ ਬੱਚਿਆਂ ਨੂੰ ਮਦਦ ਕਰਕੇ, ਸਪੋਰਟ ਕਰਕੇ ਅੱਗੇ ਲੈ ਕੇ ਜਾਣ। ਇਹ ਮੇਰੀ ਸਾਰੇ ਦੋਸਤਾਂ ਨੂੰ, ਭਰਾਵਾਂ ਨੂੰ, ਮਿੱਤਰਾਂ ਨੂੰ ਬੇਨਤੀ ਹੈ। ਧੰਨਵਾਦ ਜੀ। ਮੈਂ ਸੁਮਨ ਪ੍ਰਾਸ਼ਰ, ਜੋ ਕਿ ਆਸਥਾ 7 ਸਟਾਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਆਸਥਾ 7 ਸਟਾਰ ਦੇ ਨਾਮ ਤੇ ਸਕੂਲ ਰਨ ਕਰ ਰਹੀ ਹਾਂ, ਜੋ ਕਿ ਇੱਕ ਸਪੈਸ਼ਲ ਬੱਚਿਆਂ ਦਾ ਸਕੂਲ ਹੈ। ਇਸ ਦੇ ਵਿੱਚ ਆਟਿਜ਼ਮ, ਡਾਊਨ ਸਿੰਡਰੋਮ ਆਦਿ ਸਭ ਤਰ੍ਹਾਂ ਦੇ ਬੱਚੇ ਸਾਡੇ ਕੋਲ ਆਉਂਦੇ ਆ। ਇਹਨਾਂ ਬੱਚਿਆਂ ਨੂੰ ਦੇਖਦੇ ਹੋਇਆਂ ਅੰਕਿਤ ਚਾਵਲਾ ਜੀ ਤੇ ਹੋਰ ਉਹਨਾਂ ਦੇ ਸਾਥੀ, ਉਹਨਾਂ ਨੇ ਜਦੋਂ ਦੇਖਿਆ ਕਿ ਵੀ ਇਸ ਤਰ੍ਹਾਂ ਦੇ ਵੀ ਬੱਚੇ, ਉਹਨਾਂ ਨੂੰ ਥੋੜਾ ਵੀ ਲੱਗਿਆ, ਤਾਂ ਉਹਨਾਂ ਨੇ ਇੱਥੇ ਵਿਜ਼ਿਟ ਕਰਨਾ ਚਾਹਿਆ। ਉਹਨਾਂ ਨਾਲ ਕੁਝ ਸਮਾਂ ਬਤੀਤ ਕੀਤਾ। ਕਈ ਵਾਰ ਦੇਖੋ ਪੇਰੈਂਟਸ ਵੀ ਪਰੇਸ਼ਾਨ ਹੋ ਜਾਂਦੇ ਨੇ, ਪਰ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਇਹਨਾਂ ਬੱਚਿਆਂ ਨੂੰ ਮਿਲ ਕੇ। ਇਹ ਬੱਚੇ ਉਹ ਨੇ ਜੋ ਇਹਨਾਂ ਨੂੰ ਪਿਆਰ ਨਾਲ ਮਿਲ ਲੈਂਦਾ, ਉਹੀ ਇਹਨਾਂ ਦਾ ਆਪਦਾ, ਦੂਸਰਾ ਕੋਈ ਨਹੀਂ। ਸੋ ਮੈਂ ਕਹਿ ਰਹੀ ਹਾਂ ਕਿ ਆਪਣਾ ਸਮਾਂ ਕੱਢ ਕੇ ਜ਼ਰੂਰ ਇਹਨਾਂ ਨੂੰ ਇੱਕ ਵਾਰ ਮਿਲੋ। ਜਲੰਧਰ ਮਹਾਨਗਰ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਯੂਕੇ ਬੈਂਕ ਵਿੱਚ ਪੇਸ਼ ਆਇਆ, ਜਦੋਂ ਦਿਨ ਦਿਹਾੜੇ 3 ਲੁਟੇਰਿਆਂ ਨੇ ਹਥਿਆਰਾਂ ਦੇ ਬਲ ਤੇ ਬੈਂਕ 'ਚੋਂ 13 ਲੱਖ ਰੁਪਏ ਲੁੱਟੇ ਤੇ ਫਰਾਰ ਹੋ ਗਏ। ਬਹਰਹਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਰਹੀ ਹੈ। 3 ਵਜੇ ਦੇ ਕਰੀਬ ਜਿਹੜੇ ਹੈਗੇ ਯੂਕੋ ਬੈਂਕ ਦਾ ਹੈਗਾ, ਇਹਦੇ ਵਿੱਚ 3 ਬੰਦੇ ਜਿਹੜੇ ਹੈਗੇ ਨੇ ਉਹ ਅੰਦਰ ਐਂਟਰ ਹੋਏ ਨੇ। ਉਹਨਾਂ ਦੇ ਮਾਸਕ ਵਗੈਰਾ ਪਾਏ ਹੋਏ ਸੀ, ਲੇਕਿਨ ਉਹ ਪਰ ਜਿਹੜੇ ਉਹਨਾਂ ਕੋਲ ਵੈਪਨ ਜਿਹੜੇ ਹੈਗੇ ਨੇ, ਲੇਕਿਨ ਜਿਹੜੇ ਉਹਨਾਂ ਦੇ ਹੱਥ ਸ਼ੂ ਹੋ ਰਹੀ ਸੀ, ਉਹ ਬਾਅਦ 'ਚ ਵੈਰੀਫਾਈ ਹੋ ਜਾਣਗੇ, ਤਸਦੀਕ ਹੋਣਗੇ। ਲੇਕਿਨ ਉਹਨਾਂ ਨੇ ਉਸ ਪੁਆਇੰਟ 'ਤੇ ਕੋਈ ਕੈਸ਼ ਜਿਹੜਾ ਹੈਗਾ ਕੈਸ਼ੀਅਰ ਤੋਂ ਲੁੱਟ ਕੇ ਲੈ ਗਏ ਨੇ। ਮੈਂ ਫਰਦਰ ਇਨਵੈਸਟੀਗੇਸ਼ਨ ਕਰ ਰਿਹਾ। ਸਰ ਤਕਰੀਬਨ ਕਿੰਨਾ ਕੈਸ਼ ਕੋਈ ਕੁਝ ਨਹੀਂ ਕਰ, ਇਸ ਬਾਰੇ ਕੁਝ ਨਹੀਂ ਕਰਦਾ ਸਰ। ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਚੈੱਕ ਕਰਾਂਗੇ, ਉਦੋਂ ਬੈਂਕ ਤੋਂ ਲਈ ਡਿਟੇਲ ਲਈ ਆਊਗੀ। ਖਰੜ ਸਦਰ ਪੁਲਿਸ ਨੇ ਨਸ਼ੇ ਦੀਆਂ ਸ਼ੀਸ਼ੀਆਂ ਤੇ ਨਸ਼ੇ ਦੇ ਟੀਕਿਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਸ਼ੱਕ ਦੇ ਆਧਾਰ ਤੇ ਕਾਬੂ ਕਰ ਲਿਆ ਗਿਆ। ਇਹਨਾਂ ਮੁਲਜ਼ਮਾਂ ਪਾਸੋਂ 100 ਨਸ਼ੇ ਦੇ ਟੀਕਿਆਂ ਤੇ ਪਾਬੰਦੀਸ਼ੁਦਾ ਦਵਾਈਆਂ ਦੀਆਂ 100 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਸਰ ਜਿਹੜੇ ਅੱਜ 2 ਬੰਦੇ ਡਿਟੇਨ ਕਰੇ, ਇਹਦੇ ਬਾਰੇ ਦੱਸੋ ਜੀ। ਮਾਨਯੋਗ ਸੀਐਮ ਸਾਹਿਬ ਪੰਜਾਬ ਸਰਕਾਰ, ਮਾਨਯੋਗ ਡੀਜੀਪੀ ਸਾਹਿਬ ਪੰਜਾਬ, ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ, ਉਸ ਸੰਬੰਧੀ ਸਾਡੀ ਜਿਹੜੀ ਪੁਲਿਸ ਆ ਉਹ ਕਾਫੀ ਐਕਟਿਵ ਹੈ। ਅਸੀਂ ਪਹਿਲਾਂ ਵੀ ਕਾਫੀ ਨਸ਼ੇ ਸੰਬੰਧੀ ਪਰਚੇ ਦੇ ਚੁੱਕੇ ਹਾਂ ਤੇ ਅੱਜ ਸਾਡੀ ਟੀਮ ਜਿਹੜੀ ਸੀ ਉਹ ਨਵਾਂ ਸ਼ਹਿਰ ਬਡਾਲਾ ਤੇ ਆਸ-ਪਾਸ ਦੇ ਜਿਹੜੇ ਇਲਾਕੇ ਸੀਗੇ ਉਹ ਗਸ਼ਤਬੰਦੀ ਸੀ ਤੇ ਜਦੋਂ ਚੋਲਟਾ ਰੋਡ ਕੋਲ ਪਹੁੰਚੇ ਤਾਂ 2 ਬੰਦੇ ਕਾਬੂ ਕੀਤੇ ਗਏ, ਜਿਨ੍ਹਾਂ ਕੋਲ ਨਸ਼ਾ ਬਰਾਮਦ ਹੋਇਆ ਜੀ। ਇਹਨਾਂ ਕੋਲ ਕੁੱਲ 200 ਇੰਜੈਕਸ਼ਨ ਮਿਲਿਆ ਜੀ, 100 ਐਵਲ ਦੇ ਨੇ ਤੇ 100 ਬੂਪਰੋਫਾਈਨ ਦੇ ਨੇ ਜੀ। ਮਲੇਰਕੋਟਲਾ ਵਿੱਚ ਆਪ ਪਾਰਟੀ ਦੇ ਐਮਸੀ ਮੁਹੰਮਦ ਅਕਬਰ ਭੋਲੀ ਦੇ ਕਤਲ ਵਿੱਚ ਸ਼ਾਮਲ ਦੋਵੇਂ ਸ਼ੂਟਰ ਵੀ ਪੁਲਿਸ ਨੇ ਕਾਬੂ ਕਰ ਲਏ। ਇਸ ਸੰਬੰਧੀ ਐਸਐਸਪੀ ਮਲੇਰਕੋਟਲਾ ਸ਼੍ਰੀਮਤੀ ਅਬਨੀਤ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਬੀਤੇ ਦਿਨੀ ਜਿਮ ਮਾਲਕ ਮੁਹੰਮਦ ਅਕਬਰ ਦਾ ਸਰਹੱਦੀ ਗੇਟ ਮਲੇਰਕੋਟਲਾ ਵਿੱਚ ਕਤਲ ਹੋਇਆ ਸੀ, ਜਿਸ ਵਾਰਦਾਤ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਗਿਆ ਤੇ ਹੁਣ ਤੱਕ ਇਸ ਮਾਮਲੇ ਵਿੱਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜੋ ਮਰਡਰ ਹੋ ਗਿਆ ਸੀਗਾ, ਪਹਿਲਾਂ ਵਾਲੀ ਪ੍ਰੈਸ ਕਾਨਫਰੰਸ ਅਸੀਂ ਬਰੀਫਿੰਗ ਦਿੱਤੀ ਸੀ ਕਿ 3 ਮੁਲਜ਼ਮ ਜਿਹੜੇ ਹੈਗੇ ਆ, ਜੋ ਕਿ ਮੇਨ ਕਨਸਪੀਰੇਟਰ ਹੈ ਵਸੀਮ ਇਕਬਾਲ ਉਰਫ ਸੋਨੀ, ਔਰ ਉਹਦੇ ਨਾਲ ਸ਼ਦਾਬ ਤੇ ਤਹਿਸੀਨ, ਤਿੰਨੋਂ ਗ੍ਰਿਫਤਾਰ ਕਰ ਲਏ ਗਏ ਸੀ। ਔਰ ਜੋ ਸ਼ੂਟਰ ਸੀਗੇ ਜਿਨ੍ਹਾਂ ਨੇ ਜਿਮ 'ਚ ਆ ਕੇ ਬਾਈਕ ਤੇ ਜੋ ਗੋਲੀ ਮਾਰ ਕੇ ਗਏ ਸੀਗੇ, ਉਹ ਮਿਸਿੰਗ ਸੀਗੇ।
ਸੋ ਇਹ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਸਾਡੀ ਪੂਰੀ ਫੋਰਸ ਤੈਨਾਤ ਸੀਗੀ, ਪੂਰੀ ਸਾਡੀਆਂ ਟੀਮਸ ਬਣੀਆਂ ਹੋਈਆਂ ਸੀ। ਅਸੀਂ ਉਸ ਦਿਨ ਵੀ ਦੱਸਿਆ ਸੀ ਕਿ ਟੀਮ ਸਾਡੀਆਂ ਡਿਸਪੈਚ ਕੀਤੀਆਂ ਹੋਈਆਂ ਉਹਨਾਂ ਦੀ ਤਲਾਸ਼ ਵਿੱਚ, ਔਰ ਉਹਨਾਂ ਦੋਨਾਂ ਮੁਲਜ਼ਮਾਂ ਨੂੰ ਵੀ ਜਿਹੜਾ ਹੈਗਾ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ। ਮੁਹੰਮਦ ਆਸਿਫ ਜਿਸਨੇ ਕਿ ਗੋਲੀ ਚਲਾਈ ਸੀ ਔਰ ਮੁਹੰਮਦ ਮੁਰਸ਼ਿਦ। ਸੋ ਦੋਨਾਂ ਨੂੰ ਹੀ ਅੱਜ ਅਰੈਸਟ ਕਰ ਲਿਆ ਗਿਆ ਹੈਗਾ ਔਰ ਬਹੁਤ ਅੱਛੀਆਂ ਐਫਰਟਸ ਸਾਡੀ ਟੀਮ ਨੇ ਕੀਤੀਆਂ। ਅਲੱਗ-ਅਲੱਗ ਟੀਮਸ ਬਣਾਈਆਂ ਹੋਈਆਂ ਸੀਗੀਆਂ। ਐਸਪੀ ਸਾਹਿਬ, ਡੀਐਸਪੀ ਸਾਹਿਬ ਨੇ ਪੂਰੀ ਸਾਡੀ ਜਿਹੜੀ ਹੈਗੀ ਸੋਰਸ ਲਗਾਏ ਹੋਏ ਸੀਗੇ ਔਰ ਉਹਨਾਂ ਨੂੰ ਅੱਜ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਵੱਡਾ ਫਾਇਦਾ ਲੈਣਾ ਸੀ, ਜੋ ਇਸ ਵਾਰ ਨਹੀਂ ਲਿਆ ਜਾ ਸਕਿਆ। ਆਉਣ ਵਾਲੇ ਸਮੇਂ ਵਿੱਚ ਬਸਪਾ ਇਹ ਫਾਇਦਾ ਲਵੇਗੀ, ਪਰੰਤੂ ਇਸ ਗੱਠਜੋੜ ਦੇ ਨਾਲ ਬਸਪਾ ਨੂੰ ਫਾਇਦਾ ਹੀ ਹੋਇਆ ਹੈ। 25 ਸਾਲਾਂ ਮਗਰੋਂ ਬਸਪਾ ਦਾ ਇੱਕ ਵਿਧਾਇਕ ਵਿਧਾਨ ਸਭਾ ਵਿੱਚ ਪੁੱਜਾ। ਬਸਪਾ ਆਪਣੇ ਵੱਲੋਂ ਇਹ ਗੱਠਜੋੜ ਕਦੇ ਵੀ ਨਹੀਂ ਤੋੜੇਗੀ। ਬਹੁਜਨ ਸਮਾਜ ਪਾਰਟੀ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ 'ਚ ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਦੇ ਕੇਡਰ ਨੂੰ ਅਸੀਂ ਲਾਮਬੰਦ ਕਰ ਰਹੇ ਹਾਂ। ਅੱਜ ਦਾ 3 ਅਸੈਂਬਲੀਆਂ ਦਾ ਜਿਹੜਾ ਕੇਡਰ ਕੈਂਪ ਸੀ, ਸਿਖਲਾਈ ਕੈਂਪ ਸੀ, ਅੱਜ ਇਹ ਸਾਡਾ ਤੀਜਾ ਪ੍ਰੋਗਰਾਮ ਹੈ ਸਵੇਰ ਦਾ। ਔਰ ਇਹ ਖੰਨਾ ਵਿਧਾਨ ਸਭਾ ਦੇ ਵਿੱਚ ਇੱਥੋਂ ਦੀ ਜਿਹੜੀ ਵਿਧਾਨ ਸਭਾ ਦੀ ਲੀਡਰਸ਼ਿਪ ਹੈ ਉਹਦਾ ਹੀ ਜਿਹੜਾ ਕੇਡਰ ਕੈਂਪ ਲਗਾਇਆ ਜਾ ਰਿਹਾ, ਉਹਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ। ਅੱਜ ਪੰਜਾਬ ਭਰ ਵਿੱਚ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਰਜਿਸਟਰੀਆਂ ਤੇ ਕਲੋਨੀਆਂ ਵਾਸਤੇ ਐਨਓਸੀ ਲੈਣ ਦੀਆਂ ਹਦਾਇਤਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਤਹਿਤ ਬਟਾਲਾ ਦੀਆਂ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੁੜ ਤਹਿਸੀਲਦਾਰ ਬਟਾਲਾ ਨੂੰ ਸਰਕਾਰ ਦੇ ਨਾਂ ਤੇ ਮੰਗ ਪੱਤਰ ਦਿੰਦੇ ਸੋਮਵਾਰ ਤੋਂ ਪੰਜਾਬ ਭਰ ਦੀਆਂ ਤਹਿਸੀਲਾਂ ਤੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਗਿਆ। ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ ਇਹ ਜਦੋਂ ਦੀ ਸਰਕਾਰ ਨਵੀਂ ਆਈ ਹੈ, ਇਹਨਾਂ ਨੇ ਆਉਂਦਿਆਂ ਸਾਰੀ ਜਿੰਨੀਆਂ ਵੀ ਕਲੋਨੀਆਂ ਕੱਟੀਆਂ ਹੋਈਆਂ ਸੀ ਪੂਰੇ ਪੰਜਾਬ ਦੇ ਵਿੱਚ, ਉਹਨਾਂ ਦੇ ਉੱਪਰ ਮੁਕੰਮਲ ਉਹਨਾਂ ਦੀਆਂ ਰਜਿਸਟਰੀਆਂ ਤੇ ਰੋਕ ਲਗਾ ਦਿੱਤੀ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਕਿ ਮੰਨ ਲਓ 2016, 14, 12 'ਚ ਵੀ ਲੋਕਾਂ ਨੇ ਪਲਾਟ ਖਰੀਦੇ ਸੀ ਤੇ ਜੇ ਉਹ ਅੱਜ ਆਪਣਾ ਮਕਾਨ ਉੱਤੇ ਸ਼ੁਰੂ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਬਿਜਲੀ ਦੇ ਮੀਟਰ ਦੀਆਂ ਪਰਮਿਸ਼ਨਾਂ ਤੱਕ ਵੀ ਦੇਣੀਆਂ ਬੰਦ ਕਰ ਦਿੱਤੀਆਂ। ਇਹਨਾਂ ਦੇ ਮੁਤਾਬਕ ਤਾਂ ਇਹ ਚੱਲਿਆ ਕਿ 95 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਕਲੋਨੀਆਂ ਜਾਂ ਮਕਾਨ ਜਾਂ ਪਲਾਟ ਪੰਜਾਬ 'ਚ ਬਣੇ ਨੇ, ਇਹਨਾਂ ਅਕੋਰਡਿੰਗ ਉਹ ਸਾਰੇ ਹੀ ਅਨਅਧਿਕਾਰਿਤ ਹੋ ਗਏ। ਪਰ ਇਹ ਜਦੋਂ ਦੀ ਸਰਕਾਰ ਆਈ ਹੈ, ਇਹਨਾਂ ਨੇ ਉਹਨਾਂ ਪਲਾਟਾਂ ਦੀ ਸੇਲ ਦੇ ਉੱਪਰ ਮੁਕੰਮਲ ਰੋਕ ਲਗਾ ਦਿੱਤੀ। ਜੇ ਕਿਸੇ ਨੇ ਆਪਣੀ ਧੀ ਵਿਆਹੁਣੀ ਕੋਈ ਪ੍ਰਾਪਰਟੀ ਵੇਚਣਾ ਚਾਹੁੰਦਾ ਤੇ ਉਹਦੇ ਉੱਪਰ ਵੀ ਮੁਕੰਮਲ ਰੋਕ ਲਗਾ ਦਿੱਤੀ। ਸਾਡੇ ਤੇ ਸੀਐਮ ਸਾਹਿਬ ਕੋ ਖੁਦ ਕੋਈ ਪਾਵਰ ਨਹੀਂ ਹੈ, ਉਹ ਸਟੈਂਪ ਨੇ ਤੇ ਇਹਨਾਂ ਦੇ ਮੰਤਰੀ ਆਉਂਦੇ ਨੇ ਬਸ ਇੱਕ ਆਸ਼ਵਾਸਨ ਦਿੰਦੇ ਤੇ ਚਲ ਜਾਂਦੇ। ਉਲਟਾ ਸਾਨੂੰ ਕੋਈ ਸਹੂਲਤ ਦੇਣ ਦੀ ਬਜਾਏ ਇਹਨਾਂ ਨੇ ਕੀ ਕੀਤਾ ਕਿ ਕਲੈਕਟਰ ਰੇਟ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਧ। ਜਦੋਂ ਝਾੜੂ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਗਈ ਤਾਂ ਕੀ ਗੱਲ ਪੰਜਾਬ ਦੀ ਧਰਤੀ ਮੰਗਲ ਗ੍ਰਹਿ ਦਾ ਹਿੱਸਾ ਹੋ ਗਈ? 95 ਤੋਂ ਬਾਅਦ ਸਾਰੀਆਂ ਜ਼ਮੀਨਾਂ ਅਨਅਧਿਕਾਰਿਤ ਹੋ ਗਈਆਂ ਇਹਨਾਂ ਦੀਆਂ। ਇਹਨਾਂ ਨੂੰ ਕੋਈ ਵੀ ਇਹਨਾਂ ਕੋਲੋਂ ਗਾਈਡਲਾਈਨ ਨਹੀਂ ਆ, ਕੋਈ ਇਹਨਾਂ ਕੋਲ ਮੈਪ ਨਹੀਂ ਆ। ਬਹੁਤ ਇਹਨਾਂ ਨੂੰ ਤਰਲੇ ਮਿੰਨਤਾਂ ਕੀਤੀਆਂ। ਸਾਡੀ ਐਸੋਸੀਏਸ਼ਨ ਨੇ ਬਹੁਤ ਜ਼ਿਆਦਾ, ਗੁਰਵਿੰਦਰ ਸਿੰਘ ਲਾਂਬਾ ਜੀ ਸਾਡੇ ਲੁਧਿਆਣੇ ਤੋਂ ਨਾਲ ਨੇ, ਬੜੀ ਵਾਰੀ ਇਹਨਾਂ ਨਾਲ ਤਰਲੇ ਮਿੰਨਤਾਂ ਕੀਤੀਆਂ, ਇਹ ਨਹੀਂ ਕਿਸੇ ਬੰਨੇ ਆਏ। ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਤੀਜ ਮੇਲਾ ਮਨਾਇਆ ਗਿਆ। ਤੀਜ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬੀਜੀਪੀਓ ਖਮਾਣੋ ਡਾਕਟਰ ਪਰਮਵੀਰ ਕੌਰ ਬਰਾੜ ਸ਼ਾਮਿਲ ਹੋਏ। ਇਸ ਦੌਰਾਨ ਔਰਤਾਂ ਨੇ ਗਿੱਧਾ, ਮਿਸ ਤੀਜ, ਫੈਸ਼ਨ ਸ਼ੋਅ ਤੇ ਮਹਿੰਦੀ ਮੁਕਾਬਲੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਅਸੀਂ ਇੱਥੇ ਰੂਰਲ ਡਿਵੈਲਪਮੈਂਟ ਪੰਚਾਇਤ ਡਿਪਾਰਟਮੈਂਟ ਦਾ ਸਾਰਾ ਫੀਮੇਲ ਸਟਾਫ ਇਕੱਠੇ ਹੋਏ ਆ। ਅਸੀਂ ਇੱਥੇ ਤੀਆਂ ਦਾ ਪ੍ਰੋਗਰਾਮ ਬਣਾਇਆ ਅੱਜ। ਇਹ ਇੱਕ ਬਹੁਤ ਵਧੀਆ ਉਪਰਾਲਾ ਸੀ ਸਾਡੇ ਮਹਿਕਮੇ ਵੱਲੋਂ, ਡਾਇਰੈਕਸ਼ਨ ਸੀ ਏਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਮਨਾਇਆ। ਪੁਰਾਣੇ ਸੱਭਿਆਚਾਰ ਨੂੰ ਯਾਦ ਕੀਤਾ ਗਿਆ। ਹੁਣ ਪਤਾ ਵੀ ਨਹੀਂ ਲੱਗਦਾ ਕਿ ਤੀਆਂ ਕਿਵੇਂ ਹੁੰਦੀਆਂ ਸੀ। ਕਈ ਨਵੇਂ ਬੱਚੇ ਆ ਜਿਨ੍ਹਾਂ ਨੂੰ ਕੁਛ ਨਹੀਂ ਇਸ ਸੱਭਿਆਚਾਰ ਬਾਰੇ ਪਤਾ, ਉਹਨਾਂ ਨੂੰ ਦੱਸਿਆ ਗਿਆ। ਉਹਨਾਂ ਨੇ ਜਿਹੜੇ ਸਾਡੇ ਸੀਨੀਅਰ ਸਟਾਫ ਸੀ ਉਹਨਾਂ ਨੇ ਗਾਈਡ ਕੀਤਾ ਕਿ ਪਹਿਲਾਂ ਤੀਆਂ ਕਿਵੇਂ ਮਨਾਉਂਦੇ ਹੁੰਦੇ ਸੀ, ਤੀਆਂ ਕਿਵੇਂ ਆਪਦੇ ਪੇਕਿਆਂ ਨੂੰ ਆਉਂਦੀਆਂ ਹੁੰਦੀਆਂ ਸੀ ਸਾਉਣ ਦੇ ਮਹੀਨੇ ਦੇ ਵਿੱਚ। ਉਹ ਸਾਰੀਆਂ ਚੀਜ਼ਾਂ ਨੂੰ ਅੱਗੇ ਰੱਖ ਕੇ ਇੱਕ ਅਸੀਂ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਕਿ ਅਸੀਂ ਸਾਰੇ ਡਿਪਾਰਟਮੈਂਟ ਦਾ ਫੀਮੇਲ ਸਟਾਫ ਇਕੱਠਾ ਹੋਈਏ, ਅਸੀਂ ਇੱਕ ਅਨਅਫੀਸ਼ੀਅਲ ਤੌਰ ਤੇ ਬੈਠੀਏ, ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰੀਏ, ਜਿਵੇਂ ਤੀਆਂ ਦਾ ਮਾਹੌਲ ਹੁੰਦਾ ਜਿੱਥੇ ਉਹੀ ਸਿਰਜਿਆ ਗਿਆ। ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਜਿਹੜੇ ਕੋਈ ਇਹੋ ਜਿਹੇ ਸੱਭਿਆਚਾਰ ਨਾਲ ਸੰਬੰਧ ਰੱਖਦੇ ਪ੍ਰੋਗਰਾਮ ਆਉਣਗੇ, ਸਾਡਾ ਮਹਿਕਮਾ ਉਸ ਨੂੰ ਅੱਗੇ ਆ ਕੇ ਬਣਾਊਗਾ। ਪਟਿਆਲਾ ਵਿੱਚ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇੱਕ ਔਰਤ ਨੇ ਲੜਕੇ ਨੂੰ ਲੱਤਾਂ ਨਾਲ ਮਾਰਿਆ। ਦੋਨਾਂ ਪਾਸੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਦੂਜੇ ਪਾਸੇ ਕਬੀਰ ਫਾਊਂਡੇਸ਼ਨ ਦੇ ਡਾਕਟਰ ਨੇ ਦੱਸਿਆ ਕਿ ਇਹ ਔਰਤ ਸਾਡੇ ਇੱਥੇ ਕੰਮ ਕਰਦੀ ਹੈ ਤੇ ਇਸ ਦੇ ਨਾਲ ਲੜਕਿਆਂ ਨੇ ਬਦਤਮੀਜ਼ੀ ਕੀਤੀ ਸੀ ਤੇ ਇਸ ਨੂੰ ਕੁੱਟਿਆ ਵੀ ਮਾਰਿਆ ਸੀ ਤੇ ਅਕਸਰ ਹੀ ਇੱਥੇ ਲੜਕੀਆਂ ਨੂੰ ਛੇੜਦੇ ਸਨ, ਜਿਸ ਨੂੰ ਲੈ ਕੇ ਅਸੀਂ ਰੋਕਿਆ ਵੀ ਪਰ ਉਹਨਾਂ ਨਾ ਮੰਨੇ ਤੇ ਗਾਲੀ ਗਲੋਚ ਕਰਕੇ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ। ਕਾਰਨ ਇਹ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਮੈਂ ਆਪਣੇ ਇੱਥੇ ਇੰਸਟੀਚਿਊਟ ਆਈ ਸੀ। ਅਸੀਂ ਸੈਮੀਨਾਰ ਅਟੈਂਡ ਕਰਕੇ ਮੈਂ ਔਰ ਡਾਕਟਰ ਕਬੀਰ ਆ ਰਹੇ ਸੀ ਤਾਂ ਅਸੀਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਪਾਰਕ ਕਰਨੀ ਸੀ ਔਰ ਪਾਰਕਿੰਗ ਲਈ ਜਗ੍ਹਾ ਅਸੀਂ ਆਪਣਾ ਦੇਖ ਰਹੇ ਸੀ ਤਾਂ ਇਹ ਅਣਪਛਾਤੀ ਕਾਰ ਸਾਡੇ ਇੰਸਟੀਚਿਊਟ ਦੇ ਬਾਹਰ ਖੜੀ ਸੀ। ਵਾਈਟ ਕਲਰ ਦੀ ਕਾਰ ਜਿਹਦੇ ਵਿੱਚ 2 ਲੜਕੇ ਬੈਠੇ ਸੀਗੇ। ਇੱਕ ਦਾ ਨਾਮ ਮੈਨੂੰ ਨਹੀਂ ਪਤਾ ਲੇਕਿਨ ਦੂਸਰੇ ਦਾ ਨਾਮ ਹੁਣ ਪਤਾ ਲੱਗਿਆ ਕਿ ਹਰਮਨਜੀਤ ਸਿੰਘ ਹੈ
ਤਾਂ ਇਹ ਦੋਨੋਂ ਲੜਕੇ ਬੈਠੇ ਸੀ ਔਰ ਮੈਂ ਆਪਣੀ ਕਾਰ 'ਚੋਂ ਉਤਰ ਕੇ ਅੰਦਰ ਚਲੀ ਗਈ। ਤਾਂ ਜਦੋਂ ਮੈਂ ਇੰਸਟੀਚਿਊਟ ਦੇ ਵਿੱਚ ਦੁਬਾਰਾ ਮੈਂ ਕਾਰ 'ਚੋਂ ਫਾਈਲ ਲੈਣ ਲਈ ਵਾਪਸ ਆਈ ਤਾਂ ਇਹ ਸਰ ਦੇ ਨਾਲ ਫਾਈਟ ਕਰ ਰਹੇ ਸੀ। ਤਾਂ ਮੈਂ ਜਦੋਂ ਇਹਨਾਂ ਨੂੰ ਕਿਹਾ ਬੜੇ ਪਿਆਰ ਨਾਲ ਕਿ ਵੀ ਬੇਟਾ ਕੀ ਦਿੱਕਤ ਕੀ ਹੈ, ਤੁਸੀਂ ਥੋੜ੍ਹਾ ਪਿਆਰ ਨਾਲ ਗੱਲ ਕਰੋ, ਤਾਂ ਇਹ ਬਹੁਤ ਹੀ ਵਲਗਰ ਲੈਂਗੁਏਜ ਯੂਜ਼ ਕਰਕੇ ਗਾਲੀ ਗਲੋਚ ਕਰ ਰਹੇ ਸੀ ਔਰ ਕਹਿ ਰਹੇ ਸੀ ਕਿ ਸਾਡਾ ਪਿਓ DSP ਹੈ, ਠੀਕ ਹੈ। ਤਾਂ ਜਦੋਂ ਇਹ ਧਮਕੀ ਦੇ ਰਹੇ ਸੀ ਮੈਂ ਕਿਹਾ ਬੇਟੇ ਥੋੜ੍ਹਾ ਜਿਹਾ ਸਲੀਕੇ ਨਾਲ ਗੱਲ ਕਰੋ, ਪੇਰੈਂਟਸ ਨੇ ਵੀ ਤੁਹਾਨੂੰ ਬਿਲਕੁਲ ਉਹ ਨਹੀਂ ਦੱਸਿਆ ਹੈਗਾ, ਤੁਸੀਂ ਥੋੜ੍ਹਾ ਜਿਹਾ ਸਲੀਕੇ ਨਾਲ ਗੱਲ ਕਰੋ। ਤਾਂ ਉਹਨੇ ਮੈਨੂੰ ਕਿਹਾ, ਕਹਿੰਦਾ ਕਿੱਡੇ, ਮੈਂ ਕਿਹਾ ਬੱਚੇ ਹੋ, ਬੱਚਿਆਂ ਦੀ ਤਰ੍ਹਾਂ ਰਹੋ, ਮੈਂ ਇਹ ਗੱਲ ਕਹੀ। ਤਾਂ ਉਹਨੇ ਮੈਨੂੰ ਅੱਗੋਂ ਕਿਹਾ, ਕਹਿੰਦਾ ਕਿੱਡੇ ਕੁ ਬੱਚੇ ਆ, ਇਹ ਤਾਂ ਕਹਿੰਦਾ ਦਿਖਾ ਦਾਂਗੇ ਅਸੀਂ ਜਦੋਂ ਚੱਕ ਕੇ ਲੈ ਕੇ ਗਏ, ਠੀਕ ਹੈ। ਮੈਂ ਕਿਹਾ ਬੜੇ ਮਤਲਬ ਕਿ ਮੈਂ ਤਾਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕਾਫੀ ਤੁਸੀਂ ਨੌਨਸੈਂਸ ਗੱਲ ਕਰ ਰਹੇ ਹੋ ਇਹ, ਠੀਕ ਹੈ। ਤਾਂ ਉਸ ਤੋਂ ਬਾਅਦ ਉਹ ਇੱਕ ਰੈਡ ਸ਼ਰਟ ਵਾਲਾ ਜਿਹਦਾ ਨਾਮ ਹਰਮਨ ਹੈ, ਟੀ-ਸ਼ਰਟ ਪਾਈ ਹੋਈ ਸੀ ਉਸ ਲੜਕੇ ਨੇ ਰੈੱਡ ਕਲਰ ਦੀ, ਤਾਂ ਉਹ ਜਦੋਂ ਆ ਕੇ ਤੇ ਉਹਨੇ ਮੇਰੀ ਬਾਂਹ ਪਕੜੀ ਹੈ। ਤਾਂ ਮੈਂ ਔਰ ਜਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਗੁੰਡਾਗਰਦੀ ਨਾ ਦਿਖਾਓ, ਤਾਂ ਉਹਨੇ ਮੈਨੂੰ ਕਿਹਾ, ਕਹਿੰਦਾ ਇਹ ਤਾਂ ਇਹਨਾਂ ਦੋਨਾਂ ਦੀ ਵਜ੍ਹਾ 'ਤੇ ਮੈਂ ਚੁੱਪ ਹਾਂ, 3 ਲੜਕੇ ਸੀ ਇਹ, ਠੀਕ ਹੈ। ਬਾਅਦ ਵਿੱਚ ਇੱਕ ਲੜਕਾ ਲੰਬੇ ਲੌਂਗ ਹੇਅਰਸ ਵਾਲਾ ਉਹ ਵੀ ਆ ਗਿਆ ਸੀ, ਇਹ 3 ਲੜਕੇ ਸੀਗੇ। ਤਾਂ ਜਦੋਂ ਮੈਂ ਉਸ ਲਾਲ ਟੀ-ਸ਼ਰਟ ਵਾਲੇ ਨੂੰ ਕਿਹਾ, ਮੈਂ ਕਿਹਾ ਬੇਟਾ ਵੀ ਤੁਸੀਂ ਮਤਲਬ ਥੋੜ੍ਹਾ ਜਿਹਾ ਰਿਸਪੈਕਟਫੁਲੀ ਗੱਲ ਕਰੋ, ਵੀ ਕੀ ਮਤਲਬ ਮੈਨਰਲੈਸ ਗੱਲਾਂ ਕਰ ਰਹੇ ਹੋ, ਗੁੰਡੇ ਕਿਵੇਂ ਬਣ ਰਹੇ ਹੋ, ਤੁਸੀਂ ਗੁੰਡਿਆਂ ਵਾਲਾ ਬਿਹੇਵ ਕਿਉਂ ਕਰ ਰਹੇ ਹੋ। ਕਹਿੰਦਾ ਮੈਂ ਤਾਂ ਇਹਨਾਂ ਦੋਨਾਂ ਕਰਕੇ ਚੁੱਪ ਹਾਂ, ਕਹਿੰਦਾ ਗੁੰਡਾ ਤਾਂ ਮੈਂ ਬਹੁਤ ਵੱਡਾ ਹਾਂ, ਤਾਂ ਦਿਖਾ ਵੀ ਦਊਂਗਾ, ਠੀਕ ਹੈ। ਤਾਂ ਮੈਂ ਕਿਹਾ ਕਿੱਡਾ ਕੁ ਵੱਡਾ ਗੁੰਡਾ ਹੈ ਤੂੰ। ਤਾਂ ਉਹਨੇ ਮੇਰੀ ਬਾਂਹ ਪਕੜੀ ਹੈ, ਜੋ ਕਿ ਬਕਾਇਦਾ ਵੀਡੀਓ ਦੇ ਵਿੱਚ ਹੈ ਵੀ ਹੈ, ਤਾਂ ਮੈਂ ਉਸਦੇ ਸਲੈਪ ਕੀਤਾ ਸੀ ਔਰ ਯੈਸ ਮੈਂ ਸਲੈਪ ਕੀਤਾ ਆ, ਠੀਕ ਹੈ। ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਨਾਮ ਤੇ ਡਾਕਟਰ ਤੋਂ ਫਰੋਤੀ ਲੈਣ ਵਾਲੇ 2 ਨੌਜਵਾਨਾਂ ਨੂੰ ਅੰਮ੍ਰਿਤਸਰ ਦੀ ਪੁਲਿਸ ਨੇ ਬਿਹਾਰ ਤੋਂ ਕਾਬੂ ਕੀਤਾ ਹੈ ਤੇ ਇਹ ਦੋਨੋਂ ਸਾਈਬਰ ਅਪਰਾਧੀ ਹਨ ਤੇ ਵਿਦੇਸ਼ੀ ਨੰਬਰ ਵਰਤ ਕੇ ਲੋਕਾਂ ਤੋਂ ਵਸੂਲੀ ਕਰਦੇ ਸਨ ਕਿ ਪੈਸੇ ਫਲਾਂ ਅਕਾਊਂਟ ਦੇ ਵਿੱਚ ਪਾਓ, ਨਹੀਂ ਤਾਂ ਅਸੀਂ ਤੁਹਾਨੂੰ ਜਾਨੋਂ ਮਾਰ ਦਿਆਂਗੇ। ਇਸ ਤਰ੍ਹਾਂ ਦੀਆਂ ਕਾਲਸ ਦੀ ਸੂਚਨਾ ਜਦੋਂ ਕਮਿਸ਼ਨਰੇਟ ਪੁਲਿਸ ਨੂੰ ਮਿਲੀ, FIR 2 ਦਰਜ ਕੀਤੀਆਂ ਗਈਆਂ, ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ। DCP ਡਿਟੈਕਟਿਵ ਸ਼੍ਰੀ ਮੁਕਵਿੰਦਰ ਭੁੱਲਰ, ਪ੍ਰਭਜੋਤ ਸਿੰਘ ਵਿਰਕ ADCP ਸਿਟੀ 1 ਤੇ ਮਿਸਟਰ ਵਰਿੰਦਰ ਖੋਸਾ ACP ਹਲਕਾ, ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਵੀ ਸੈਂਸਿਟਿਵ ਮੈਟਰ ਹੈ ਕਿ ਡਾਕਟਰਸ ਨੂੰ ਇਕੱਠੇ ਹੀ ਇੰਨੀ ਸਾਰੀਆਂ ਕਾਲਾਂ ਆ ਗਈਆਂ, ਤਾਂ ਤੁਸੀਂ ਇਹਨੂੰ ਇਨਵੈਸਟੀਗੇਟ ਕਰੋ। ਇਸ ਟੀਮ ਨੇ ਬੜੀ ਮਾਈਨਿਊਟਲੀ ਇਨਵੈਸਟੀਗੇਟ ਕਰਦੇ ਐਸਟੈਬਲਿਸ਼ ਕਰ ਲਿਆ ਕਿ ਇਹ ਜਿਹੜੇ ਗੈਂਗਸਟਰ ਨਹੀਂ ਹੈ, ਇਹ ਸਾਈਬਰ ਕ੍ਰਿਮੀਨਲ ਹੈਗੇ ਜੋ ਰੀਸੈਂਟ ਗੈਂਗਸਟਰਸ ਦੀਆਂ ਵਾਰਦਾਤਾਂ ਹੋਈਆਂ ਉਸ ਦਾ ਫਾਇਦਾ ਉਠਾਉਂਦੇ ਹੋਏ ਨਾਗਰਿਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਐਂਠਣੇ ਚਾਹੁੰਦੇ। ਤੇ ਸਾਡੀ ਇੱਕ ਟੀਮ ਪੰਜਾਬ ਪੁਲਿਸ ਦੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੋਂ ਬਿਹਾਰ ਈਸਟ ਚੰਪਾਰਨ ਜ਼ਿਲ੍ਹਾ ਹੈ, ਉੱਥੇ ਗਈ, ਉੱਥੇ ਉਹਨੂੰ ਕਾਮਯਾਬੀ ਮਿਲੀ। ਜਿਹੜੇ ਸਾਈਬਰ ਕ੍ਰਿਮੀਨਲਸ ਹੈ 2 ਨੂੰ ਅਰੈਸਟ ਕਰ ਲਿਆ ਗਿਆ ਹੈ। ਇਸ ਦੇ ਵਿੱਚ ਬਿਹਾਰ ਪੁਲਿਸ ਨੇ ਬਹੁਤ ਕੋਆਪਰੇਸ਼ਨ ਦਿੱਤੀ ਹੈ। ਜਿਹੜੇ 2 ਫੜੇ ਗਏ ਹੈ, ਇੱਕ ਹੈਗਾ ਪ੍ਰਿੰਸ਼ ਕੁਮਾਰ, ਇਹ ਸੀਸਵਾ ਮੌਜੀ ਕਰਕੇ ਜਗ੍ਹਾ ਹੈਗੀ ਹੈ, ਪਿੰਡ ਹੈਗਾ, तहसील लुकारिया ईस्ट चंपारण। इसी तरह दूसरा विकास कुमार, ये भी उसी जगह का है, पिंड सेवार राहन, थाना हर सिटी ईस्ट चंपारण। ये लड़के 21-22 साल के हैगे। उत्ते जो असी बिहार साडी टीम गई तो लोकल पुलिस ने दसिया कि इत्थे साइबर क्रिमिनल की हब है, कि बहुत सारे साइबर क्राइम इत्थों हो रहे हैं, होर स्टेट्स की भी पुलिस आती है। ये सानू कामयाबी मिली है इस साइबर क्राइम सिंडिकेट में फड़न। हले तफ्तीश जारी है। साडी एक होर टीम कल उत्थे लिए रवाना हो गई है, जो उत्थे जाके पहली टीम में असिस्ट करेगी। तो होर गिरफ्तारियां ते होर रिकवरी की भी आस है। उन्होंने क्रिमिनल के लैपटॉप। ਵਿਧਾਨ ਸਭਾ ਹਲਕਾ ਪੱਟੀ ਦੇ ਦਿਨ ਪੈਂਦੇ ਪਿੰਡ ਸਬਰਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਵਿੱਚ ਪਿੰਡ ਸਬਰਾ ਦੇ ਹੀ ਡਿਪੂ ਹੋਲਡਰ ਵੱਲੋਂ ਵੱਡੇ ਪੱਧਰ ਤੇ ਘਪਲੇਬਾਜ਼ੀ ਕੀਤੀ ਜਾਣੀ ਸੀ, ਪਰ ਡਿਪੂ ਹੋਲਡਰਾਂ ਦਾ ਉਦੋਂ ਪਰਦਾਫਾਸ਼ ਹੋ ਗਿਆ ਜਦੋਂ ਲੋਕਾਂ ਨੇ ਆਪਣੀ ਪਰਚੀ 30 ਕਿਲੋ ਦੇ ਹਿਸਾਬ ਨਾਲ ਕੰਪਿਊਟਰ ਮਸ਼ੀਨ ਵਿੱਚੋਂ ਕੱਢੀ। ਵੇਖੋ ਅਤੇ ਡਿਪੂ ਹੋਲਡਰ ਵੱਲੋਂ ਔਰਤ ਪਰਚੀ ਤੇ ਕਾਲੇ ਸਕੈਚ ਨਾਲ 26 ਕਿਲੋ ਪ੍ਰਤੀ ਮੈਂਬਰ ਕੀਤੀ ਜਾ ਰਹੀ ਸੀ ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਡਿਪੂ ਹੋਲਡਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਸਵਿੰਦਰ ਸਿੰਘ ਹੈ ਜੀ। ਇਹ ਪਰਚੀ ਜੀ ਤਕਰੀਬਨ ਮਹੀਨਾ ਹੀ ਹੋ ਗਿਆ ਤੇ ਅੱਧੀਆਂ ਪਰਚੀਆਂ ਤਾਂ ਵੈਸੇ ਹੀ ਜਿਹੜੀਆਂ ਇਹ ਆਪਦੀਆਂ ਜੋ ਸ਼ਾਹੀ ਉਹਨਾਂ ਦੀ ਖਤਮ ਹੋ ਗਈ ਆ। ਤੇ ਬਾਕੀ ਅਸੀਂ ਦਰਖਾਸਤ ਵੀ ਦਿੱਤੀ ਹੋਈ DC ਸਾਹਿਬ ਦੇ, ਇਹਨਾਂ ਦਾ ਜੋ ਕਿ 30 ਕਿਲੋ ਜੋ ਕੰਪਿਊਟਰ ਕੱਢ ਰਿਹਾ
ਤੇ ਇਹ ਦੇ ਰਹੇ ਆ 4 ਕਿਲੋ ਘਟਾ ਕੇ, ਪਿੰਨ ਨਾਲ ਲਿਖ ਦਿੰਦੇ, ਉੱਤੋਂ ਮਾਰਕ ਕਰ ਦਿੰਦੇ ਆ ਵੀ 26 ਕਿਲੋ ਦੇਣੀ ਆ। ਇਸ ਦੇ ਖਿਲਾਫ ਅਸੀਂ 13/6/2022 ਨੂੰ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ, ਨਹੀਂ ਸੌਰੀ 13/7/2022 ਨੂੰ, ਤੇ ਉਹ ਡੀਸੀ ਸਾਹਿਬ ਨੇ ਅੱਗੇ ਇਹਨਾਂ ਦੇ ਇਨਕੁਆਇਰੀ ਪਾਈ ਹੋਈ ਆ। ਫਿਲਹਾਲ ਇਹ ਸਾਨੂੰ ਸਪਸ਼ਟੀਕਰਨ ਅਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ। ਕਹਿੰਦੇ ਸੀ ਤੁਹਾਨੂੰ DFSO ਸਾਹਿਬ ਬੁਲਾਉਣਗੇ ਤੇ ਜੋ ਵੀ ਆ ਤੁਹਾਨੂੰ ਜੋ ਕਾਰਵਾਈ ਹੋਊਗੀ, ਇੰਸਪੈਕਟਰ ਚਾਹੇ ਜੋ ਵੀ ਆ, ਚਾਹੇ ਡਿਪੂ ਹੋਲਡਰ ਆ, ਜ਼ਿੰਮੇਵਾਰ ਹੋਣਗੇ, ਉਹਨਾਂ ਦਾ ਤੁਹਾਨੂੰ ਜੋ ਸਪਸ਼ਟੀਕਰਨ ਦਿੱਤਾ ਜਾਊਗਾ। ਅਜੇ ਤੱਕ ਸਾਨੂੰ ਕੋਈ ਬੁਲਾਵਾ ਨਹੀਂ ਆਇਆ ਵੀ ਆਹ ਗੱਲਬਾਤ ਆ। ਦੇਖੋ ਜੀ, ਅੱਜ ਵੀਰ ਆਏ ਆ, ਲਾਹੋਂ ਆਏ ਸੀਗੇ, ਮੈਂ ਉਹਦਾ ਨਾਂ ਤਾਂ ਨਹੀਂ ਜਾਣਦਾ। ਉਹ ਪਰਚੀਆਂ ਉਹਨਾਂ ਨੇ ਮੈਂ ਕੱਟਦੇ ਵੇਖਿਆ, ਉਹਨਾਂ ਨੇ ਬਿਲਕੁਲ ਸਹੀ ਕੱਟ ਰਹੇ, ਉਹ ਇਕੱਲੇ ਬੈਠੇ ਸੀ ਜਿਹੜੇ ਲਾਹੋਂ ਆਏ ਆ। ਤੇ ਉਹ ਪਰਮਜੀਤ ਕੌਰ ਦੇ ਡੀਪੂ ਦੇ ਹੈਗੀਆਂ ਸੀ ਪਰਚੀ, ਮੈਂ ਖੁਦ ਵੇਖੀ ਆ ਪਰਚੀ, ਉਹ 30 ਕਿਲੋ ਦੇ ਹਿਸਾਬ ਨਾਲ ਕੱਟ ਰਹੇ ਆ। ਤੇ ਬਾਕੀ ਮੈਂ ਕਹਿੰਦਾ ਵੀ ਜਿਹੜੇ ਪਿਛਲੇ 26 ਕਿਲੋ ਦੇ ਹਿਸਾਬ ਨਾਲ ਕੱਟੀ ਹੈ ਨਾ ਪਰਚੀ, ਤੇ ਮੇਰੇ ਵੀਰ ਸਭਰਾਵਾਂ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਅਸੀਂ 3-4 ਦਿਨ ਹੋ ਗਏ ਇੱਥੇ ਆਏ ਸੀ, ਉਦੋਂ ਕਹਿੰਦੇ ਸੀ ਵੀ ਹਾਂ ਤੁਸੀਂ ਬੋਲੋ ਵੀ ਤੁਸੀਂ 26 ਕਿਲੋ ਕਿਉਂ ਦਿੰਦੇ। ਹਾਂ, ਸਾਨੂੰ ਪਤਾ ਸੀ ਵੀ ਜੇ ਅਸੀਂ ਰੌਲਾ ਪਾੜੇ ਤੁਸੀਂ ਸਾਡੇ 'ਤੇ ਇਲਜ਼ਾਮ ਲਾਉਣਾ ਸੀ ਕਿ ਅਸੀਂ ਜਿਹੜਾ ਇਹ ਸਾਡੀ 26 ਕਿਲੋ ਵੀ ਉਰਵਾ ਰਹੇ ਆ, ਤੇ ਜਿਹੜੀ ਤੁਹਾਡੀ 26 ਕਿਲੋ ਦੀ ਪਰਚੀ ਕੱਟੀ ਆ ਉਹ ਮਿਲੂਗੀ ਤੁਹਾਨੂੰ 30 ਕਿਲੋ ਹੀ, ਕਿਉਂਕਿ ਅੱਜ ਸਾਡੇ ਕੋਲ ਸਬੂਤ ਆ ਗਿਆ। ਉਹ ਪਰਚੀਆਂ ਦਾ ਸਾਡੇ ਪਿੰਡ ਸਭਰਾ ਦੀਆਂ ਪਰਚੀਆਂ ਦਾ ਸਬੂਤ ਆ ਗਿਆ ਕਿ ਇੱਥੇ ਵੀ 30 ਕਿਲੋ ਹੀ ਹੋ ਗਈ ਆ। ਤੇ ਪਿੰਡ ਸਭਰਾ ਵਾਲੇ ਲੋਕ ਵੀ ਜਾਗ ਜਾਣ ਵੀ ਜਿਹੜੇ 26 ਕਿਲੋ ਜੀ ਦੀ ਪਰਚੀ ਕੱਟੀ ਆ ਉਹਦੀ 30 ਕਿਲੋ ਹੀ ਮਿਲੂਗੀ ਉਹਨੂੰ ਪਰਚੀ, ਕਣਕ ਨੂੰ 30 ਕਿਲੋ ਮਿਲੂਗੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।